ਫਿਲਹਾਲ ਤੱਕ ਤੇ ਤੁਸੀਂ ਅਹਿਮਦੀਅਤ ਕਬੂਲ ਨਹੀਂ ਕੀਤੀ ਨਾ? नहीं मैं तो अहमदी नहीं हाँ पहले दिन तो जी जी ਮੈਨੂੰ ਪਤਾ ਹੈ। गैर अहमदी हाँ। गैर अहमदी ਇਹ ਆਪਣਾ ਤਾਰਫ ਆਪ ਹੀ ਨੇ ਭਾਈ ਜੀ, ਇਹ ਜੋ ਇਹਨਾਂ ਦਾ ਤਾਰਫ ਹੈ ਇਹਨਾਂ ਨੂੰ ਪੁੱਛ ਲਓ। ठीक हो गया। लेकिन मैं ਜਦੋਂ ਵੀ ਤੁਹਾਡੀ ਗੁਫ਼ਤਗੂ ਸੁਣਨਾ ਨਾ, ਬਸ ਮੈਂ ਖਾਲੀ ਇੱਕ ਰਿਕੁਐਸਟ ਕਰਾਂਗਾ, ਤੁਸੀਂ ਅਗਰ ਕੋਈ ਵੀ ਹਦੀਸ ਹੋ ਗਈ ਜਾਂ ਕੋਈ ਵੀ ਮੌਜੂ ਹੋ ਗਿਆ, ਅਗਰ ਕੋਈ ਅਹਿਮਦੀ ਚੁੱਕਦਾ ਹੈ ਜਾਂ ਤੁਹਾਡੇ ਸਾਹਮਣੇ ਪੇਸ਼ ਕਰਦਾ ਹੈ, ठीक है ਬਜਾਏ ਇਹਦੇ ਤੋਂ ਕਿ ਉਹਨਾਂ ਦੇ ਮੌਕਫ ਨੂੰ डिफेंड करने से थोड़ी जी तहकीक आप करके, ठीक है, और मुस्बत रवैया रखा करो, ठीक है। अगले दिन मैं देख रहा सा ਤੁਹਾਨੂੰ ਕੀ ਕਹਿੰਦਾ ਅਮਨ ਅਜ਼ੀਜ਼ ਸਾਹਿਬ ਜਿਹੜੇ ਨੇ ਉਹ ਮੁਬਾਸ਼ਰਤ ਦਾ ਮਤਲਬ ਸਮਝਾ ਰਹੇ ਸਨ, ਔਰ ਇੱਕ ਸ਼ੈ ਹਮੇਸ਼ਾ ਯਾਦ ਰੱਖੋ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਸੇ ਅਸੀਂ ਹਮੇਸ਼ਾ ਉਹ ਅਲਫਾਜ਼ ਇਸਤੇਮਾਲ ਕਰੀਏ ਜਿਹੜੇ ਉਹਨਾਂ ਦੇ ਸ਼ਾਨ ਦੇ ਮੁਤਾਬਿਕ ਹੋਣ, ਉਹਨਾਂ ਦੀ ਸ਼ਾਨ ਦੇ ਮੁਖਾਲਿਫ ਨਾ ਹੋਣ, ਤੇ ਰਵਈਆ ਥੋੜਾ ਜਿਹਾ ਆਪਣਾ ਜਾਂ ਸੋਚ ਜਿਹੜੀ ਹੈ ਨਾ मुस्बत रख के और न्यूट्रल होके किसी शय की तहकीक करो, इंशाअल्लाह ताला अगर तुम्हारी नीयत सच्ची है ना तुसी किसी नतीजे तक पहुंच सकते हो। लेकिन अगर तुसी ऑलरेडी नतीजा अपने जहन के अंदर अखज़ कर चुके हो और फिर तुसी तहकीक करोगे तो फिर तुसी जेड़ा ऑलरेडी तुम्हारा नतीजा अखज़ होया है ओही जवाब ओही एंडिंग होगी होगी, ठीक है। तो बस यही कहना चाहूँगा और अल्लाह ताला तुहानू सलामत रखे और ज़्यादा से ज़्यादा इनाम अता फरमाए। एक हाँ जी मेरा रवैया तो हमेशा मुस्बत ही होता है। मैं तो कभी ऐसी वैसी मतलब अखलाक तो गिरी हुई हरकत या गल नहीं की जो भी गुफ्तगू की है। तो दूसरा जो तुम कह रहे हो अहमदी हो गया या मैं कितनी तहकीक की है, मैं अहमदी होने दे या अहमदीयत के बारे तहकीक नहीं कर रहा कि ये कितनी रियलिटी है या नहीं है तो मैं अहमदी होऊंगा। मैं इस तरह की कोई रिसर्च नहीं कर रहा। ਇਹ ਤੁਹਾਨੂੰ ਕੋਈ ਸ਼ਾਇਦ ਮਿਸ ਅੰਡਰਸਟੈਂਡਿੰਗ ਹੋ ਗਈ ਹੋਣੀ ਹੈ। ਮਿਰਜ਼ਾ ਸਾਹਿਬ ਦੇ ਬਾਰੇ ਲੇਕਿਨ ਮੈਂ ਜਿਹੜੀ ਅਹਿਮਦੀਅਤ ਦੇ ਬਾਰੇ ਥੋੜਾ ਜਿਹਾ ਉਹਨਾਂ ਦੀ ਸਾਈਡ ਲੈ ਰਿਹਾ, ਉਹ ਇਸ ਵਾਸਤੇ ਲੈ ਰਿਹਾ ਕਿ ਜਿਹੜੇ ਸਾਡੇ ਬੰਦੇ ਨੇ ਨਾ ਇਹ ਉਹਨਾਂ ਦੇ ਨਾਲ ਜ਼ਿਆਦਤੀ ਕਰਦੇ ਨੇ, ਉਹਨਾਂ ਨੂੰ ਗਾਲਮ ਗਲੋਚ ਕਰਦੇ ਨੇ, ਉਹਨਾਂ ਦੀ ਔਰਤਾਂ ਦੇ ਨਾਲ ਲੈ ਕੇ ਉਹਨਾਂ ਦੇ ਉੱਤੇ ਇਲਜ਼ਾਮ ਲਾਉਂਦੇ ਨੇ। ਹਾਂ ਉਹਨਾਂ ਨੂੰ ਪਤਾ ਹੀ ਨਹੀਂ ਕਹਿੰਦੇ ਨੇ ਇਹ ਲੋਕ ਇਹ ਗੱਟਰ ਦਾ ਟੱਕਰ ਜਦੋਂ ਮੂੰਹ ਖੋਲਣਗੇ ਗੰਦ ਹੀ ਨਿਕਲੇਗਾ। ਹਾਂ ਤੇ ਉਹਨਾਂ ਨੂੰ ਕਹਿੰਦੇ ਨੇ ਕਹਿੰਦੇ ਨੇ ਕਿ ਇਹ ਮੁਸਲਮਾਨ ਨਹੀਂ ਨੇ, ਉਹਨਾਂ ਨੂੰ ਕਹਿੰਦੇ ਨੇ ਇਹ ਮੁਸਲਮਾਨ ਨਹੀਂ ਨੇ, ਇਹਨਾਂ ਨੂੰ ਨਮਾਜ਼ ਨਹੀਂ ਪੜ੍ਹਨ ਦਿਓ। ਆਹ ਦੇਖੋ 2-3 ਦਾ ਉਹਨਾਂ ਦੀ ਮਸਜਿਦ ਨੂੰ ਗਿਰਾ ਦਿੱਤਾ ਗਿਆ ਇਹਨੇ, ਤੇ ਕਹਿੰਦੇ ਨੇ ਕਿ ਇਹ ਮੁਸਲਮਾਨ ਨਹੀਂ, ਕੁਰਾਨ ਨਹੀਂ ਪੜ੍ਹ ਸਕਦੇ, ਨਮਾਜ਼ ਨਹੀਂ, ਜੁਮਾ ਨਹੀਂ ਪੜ੍ਹ ਸਕਦੇ, ਆਪਣੇ ਮਤਲਬ ਹੈ ਪ੍ਰੈਕਟਿਸ ਨਹੀਂ ਕਰ ਸਕਦੇ, ਤਬਲੀਗ ਨਹੀਂ ਕਰ ਸਕਦੇ। ਫਿਰ ਇੱਥੇ ਤੱਕ ਕਹਿੰਦੇ ਨੇ ਕਿ ਇਹਨਾਂ ਦਾ ਮਾਲ, ਇਹਨਾਂ ਦੀਆਂ ਦੁਕਾਨਾਂ ਵੀ ਲੁੱਟ ਲਿਓ ਨਾ ਤੁਸੀਂ ਤਾਂ ਤੁਹਾਡੇ ਵਾਸਤੇ ਮਾਲ ਇੱਕ ਨੀਮਤ ਨੇ। ਅਗਰ ਕੋਈ ਅਹਿਮਦੀ ਅੱਗੇ ਕੋਈ ਡਿਫੈਂਡ ਕਰਦਾ ਹੈ ਤਾਂ ਉਹਨੂੰ ਤੁਸੀਂ ਮਾਰ ਵੀ ਦਿੰਦੇ ਹੋ ਤਾਂ ਤੁਹਾਡੇ ਜ਼ੁਮੇ ਇੱਕ ਕਤਲ ਨਹੀਂ ਹੋਏਗਾ, ਕਾਫਰ ਨੂੰ ਮਾਰੇ। ਸਵਾਬ ਦਾ ਕੰਮ ਹੈ ਇਹ ਸਵਾਬ ਦਾ ਕੰਮ ਹੈ। ਕਹਿੰਦੇ ਤੁਸੀਂ ਬਚ ਗਏ ਨਾ ਤੇ ਤੁਸੀਂ ਉਹ ਗੱਲ ਤੇ ਪੂਰੀ ਹੁੰਦੇ ਹੋ। ਕਹਿੰਦੇ ਤੁਸੀਂ ਅਹਿਮਦੀ ਨੂੰ ਮਾਰੋਗੇ, ਉਹ ਮਰ ਗਿਆ, ਤੁਸੀਂ ਉਹ ਜਹੰਨਮ ਵਾਸਲ ਹੋਏਗਾ ਤੇ ਤੁਸੀਂ ਸ਼ਹੀਦ ਤੇ ਨਹੀਂ, ਤੁਸੀਂ ਗਾਜ਼ੀ ਕਰਾਰ ਪਾਓਗੇ। ਅਗਰ ਤੁਸੀਂ ਮਰ ਜਾਣੇ ਹੋ ਤਾਂ ਤੁਸੀਂ ਸ਼ਹੀਦ ਹੋਗੇ। ਤੇ ਮੈਂ ਕਹਿੰਦਾ ਇਹ ਗਲਤ ਹੈ। ਇਨਸਾਨ ਨੇ ਸਾਡੇ ਉਸਤਾਦ ਮੌਜੂਦ ਨੇ, ਸਾਡੇ ਇਖਤਲਾਫ ਹੈ ਨੇ ਸਾਡੇ, ਉਹਨੇ ਦੇਖੋ ਅਹਿਮਦੀਆਂ ਨਾਲ ਸਾਡੇ ਮਜ਼ਹਬੀ ਇਖਤਲਾਫ ਹੈ ਨੇ, ਜ਼ਮੀਨ ਅਸਮਾਨ ਦੇ ਇਖਤਲਾਫ ਨੇ, ਠੀਕ ਹੈ। ਲੇਕਿਨ ਉਹਨਾਂ ਦੇ ਜਿਹੜੇ ਬੁਨਿਆਦੀ ਹਕੂਕ ਨੇ ਉਹ ਗਸਬ ਨਾ ਕਰੋ। ਉਹ ਉਹਨਾਂ ਨੂੰ ਬਿਲਕੁਲ ਇਹ ਹਿਊਮਨ ਰਾਈਟਸ ਦੇ ਖਿਲਾਫ ਹੈ। ਮੁਸਲਮਾਨ ਰਹਿ ਸਕਦਾ ਹੈ, ਮੁਸਲਮਾਨ ਦੀ ਬਦਨਾਮੀ ਵੀ ਰਹਿ ਸਕਦਾ ਹੈ, ਹਿੰਦੂ ਵੀ ਰਹਿ ਸਕਦਾ ਹੈ, ਅਹਿਮਦੀ ਵੀ ਰਹਿ ਸਕਦਾ ਹੈ। ਇਹਦੇ ਨਾਲ ਨਾ ਸਿਰਫ ਮੁਸਲਮਾਨਾਂ ਦੀ ਬਦਨਾਮੀ ਹੁੰਦੀ ਹੈ ਬਲਕਿ ਇਹਦੇ ਨਾਲ ਪੂਰੇ ਪਾਕਿਸਤਾਨ ਦੀ ਬਦਨਾਮੀ ਹੁੰਦੀ ਹੈ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਨਾਲ। ਜਮਾਤ ਨੂੰ ਪੂਰੀ ਦੁਨੀਆ ਦੇ ਅੰਦਰ ਫੈਲਾ ਦੇਣਾ, ਪੂਰੀ ਦੁਨੀਆ ਵਿੱਚ ਜਮਾਤ ਨੂੰ ਪੂਰੀ ਦੁਨੀਆ ਦੇ ਅੰਦਰ ਫੈਲਾ ਪਾਕਿਸਤਾਨ ਦੇ ਹਵਾਲੇ ਨਾਲ ਇੱਕ ਮਨਫੀ ਪੈਗਾਮ ਜਾਂਦਾ ਕਿ ਦੇਖੋ ਪਾਕਿਸਤਾਨੀ ਆਵਾਮ ਹੈ ਜਿਹੜੀ ਇਹ ਆਪਣੇ ਮਾਈਨੋਰਿਟੀ ਨਾਲ ਜ਼ੁਲਮ ਕਰਦੀ ਹੈ ਤੇ ਗਵਰਨਮੈਂਟ ਸਾਹਮਣੇ ਖੜੀ ਤਮਾਸ਼ਾ ਦੇਖਦੀ, ਤਮਾਸ਼ਾਈ ਬਣੀ ਤਮਾਸ਼ਾ ਦੇਖਦੀ ਰਹਿ ਜਾਂਦੀ ਹੈ, ਕੋਈ ਐਕਸ਼ਨ ਨਹੀਂ ਕਰਦੀ। ਤੇ ਮੈਂ ਇਸ ਵਾਸਤੇ ਇਹਨਾਂ ਨੂੰ ਕਹਿਣਾ ਕਿ ਇਸ ਤਰ੍ਹਾਂ ਗੱਲ ਹੋਈ ਨਾ, ਆਵਾਜ਼ ਉਹ ਹੈ ਕਿ ਜਿਹੜੀ ਮੁਖਾਲਫ ਦੀਆਂ ਸਫਾਂ ਜੋ ਆਵਾਜ਼ ਉੱਠੇ, ਜ਼ਬਰਦਸਤ ਮਾਸ਼ਾਅੱਲਾ। देखो किसने क्या मुखालिफ है राजा? ਉਹਨਾਂ ਨੂੰ ਕਰ ਲੈਣ, ਖਲੋ ਜਾ ਮੈਂ ਇੱਥੇ ਹੀ। ਓਏ ਅੰਡਰ ਕਵਰ ने पूछा कि मरज़ई जदों भी फड़े जान, तबलीग करते फड़े जान, कलमा पढ़ते फड़े जान, जुम्मा पढ़ते फड़े जान, नमाजा पढ़ते फड़े जान, तो मलवाने जदों भी फड़े जान, लवातत करते फड़े जाते, उस्ताद कहते वो केड़ा वड्डा काम है, पहले भी होंदा ਹੁਣ ਕੀ ਆਖੇ ਬੰਦਾ ਹੈ। ਦੂਸਰੀ ਗੱਲ ਇਹ ਕਿ ਸਾਡੇ ਜਿਹੜੇ ਮਸਲਕਾਂ ਦੇ ਬੰਦੇ ਨੇ ਇਹ ਨਬੀ ਪਾਕ ਦੀ ਸ਼ਾਨ ਵਿੱਚ ਗੁਸਤਾਖੀ ਕਰਨ ਦੇ ਬਾਅਦ ਵਿੱਚ ਮਾਫੀ ਮੰਗ ਲੈਣ
ਤਾਂ ਅਹਿਮਦੀ ਅਗਰ ਨਾ ਵੀ ਕੋਈ ਗੁਸਤਾਖੀ ਕਰੇ, ਉਹਨੇ ਐਵੇਂ ਝੂਠ ਬਣਾ ਕੇ ਉਹਦੀ ਗੱਲ ਦਾ ਮਤਲਬ ਉਲਟਾ ਪੁਲਟਾ ਕਰਕੇ ਨਾ ਕਵਾਂਗੇ ਜਿਹੜੇ ਉਹ ਉੱਤੇ ਮਾਮਾ ਦਾ ਇਨਾਮੀ ਮਾਲਮ ਵਿੱਚ ਫੜੀ ਜਾਂਦੇ ਨੇ, ਉਹ ਕੀ ਹੁੰਦਾ? ਵੀਡੀਓ ਲਾਵਾਂ ਮੈਂ ਕਹਿੰਦੇ ਉਹਦੇ ਮੈਂ ਵੀਡੀਓ ਲਾ ਦਿੰਦਾ ਵਾ ਫੜਾਇਆ ਹੁੰਦਾ ਅਲੀ ਨਾ ਦੇਖੋ ਮੇਰੀ ਗੱਲ ਪੂਰੀ ਹੁੰਦੀ। ਦੇਖੋ ਸਿਹਾਲ ਜੰਗਵੀ ਨੇ ਕੀ ਗੁਸਤਾਖੀ ਕੀਤੀ ਹੈ, ਮੁਫਤੀ ਤਾਰਕ ਮਸੂਦ ਸਾਹਿਬ ਨੇ ਕੀ ਗੁਸਤਾਖੀ ਕੀਤੀ। ਤੁਸੀਂ ਦੂਰ ਨਾ ਜਾਓ, ਆਪਣੇ ਇਹ ਗਵਾਂਢ ਦੇਖ ਲਓ। ਇਹ ਇੱਕ ਹਜ਼ਰਤ ਸਾਹਿਬ ਬੈਠੇ ਨੇ, ਮੌਲਵੀ ਸਾਹਿਬ, ਇਹਨਾਂ ਨਬੀ ਪਾਕ ਦੀ ਸ਼ਾਨ ਦੇ ਬਾਰੇ 365 ਦਿਨ ਕੇ ਮੈਂ ਉਹ ਗੁਸਤਾਖੀ ਦੁਹਰਾਉਣਾ ਨਹੀਂ ਚਾਹਣਾ। ਫਿਰ ਇਹਨਾਂ ਨੇ ਕਿਹਾ ਜੀ ਆਪਣੀ ਗੱਲ ਨੂੰ ਸ਼ਰੀਅਤ ਕਰਾਰ ਦੇ ਦਿੱਤਾ। ਉਹ ਜੀ ਔਰਤਾਂ ਦੇ ਕੱਪੜੇ ਉਤਾਰਨਾ ਸ਼ਰੀਅਤ ਹੈ। ਮੈਨੂੰ ਤੇ ਇਸ ਗੱਲ ਦੀ ਤਸ਼ਵੀਸ਼ ਹੋਈ ਜਾ ਰਹੀ ਹੈ, ਮੈਨੂੰ ਤਾਂ ਬੜੀ ਫਿਕਰ ਹੋਈ ਜਾ ਰਹੀ ਹੈ ਕਿ ਇਹਨਾਂ ਦੀ ਇਸ ਗੱਲ ਨੂੰ ਲੈ ਕੇ ਕਿ ਔਰਤਾਂ ਦੇ ਕੱਪੜੇ ਉਤਾਰਨਾ ਜਾਇਜ਼ ਹੈ। ਕਿਧਰੇ ਪਾਕਿਸਤਾਨ ਦੇ ਅੰਦਰ ਜਿਹੜੇ ਲੋਂਡੇ ਲਫਾੜੇ ਨੇ ਉਹ ਰਾਹ ਚਲਦੀਆਂ ਔਰਤਾਂ ਦੇ ਕੱਪੜੇ ਹੀ ਨਾ ਉਤਾਰਨਾ ਸ਼ੁਰੂ ਕਰ ਦੇਣ ਕਿ ਇਹ ਮੌਲਵੀ ਸਾਹਿਬ ਨੇ ਫਤਵਾ ਦਿੱਤਾ ਹੈ ਤੇ ਉਹਨਾਂ ਨੇ ਸ਼ਰੀਅਤ ਕਰਾ ਦਿੱਤਾ। तो मुस्लिम साहब ਤੁਸੀਂ ਇਹ ਭੁੱਲ ਗਏ, ਥੋੜਾ ਅਰਸਾ ਪਹਿਲੇ ਦਾ ਹੀ ਵਾਕਿਆ ਹੈ। ਉਹ ਵਿਚਾਰੀ ਖਾਲੀ ਹਲਵਾ ਲਿਖਿਆ ਹੈ, ਕੱਪੜੇ ਉੱਤੇ ਤੇ ਮਰਵਾਣੇ ਉਹਨੂੰ ਪੈ ਗਏ ਨੇ। ਪੁਲਿਸ ਨੇ ਆ ਕੇ ਉਹਨੂੰ ਬਚਾਇਆ ਆਖਰੀ ਮੌਕੇ ਦੇ ਉੱਤੇ, ਯਾਦ ਹੀ ਹੋਣੀ ਤੁਹਾਨੂੰ। ਠੀਕ ਹੈ, ਮਤਲਬ ਇਸ ਤਰ੍ਹਾਂ ਦੇ ਤੁਸੀਂ ਆਪਣੇ ਕੋਲੋਂ ਸ਼ੋਸ਼ੇ ਛੋੜ ਕੇ ਤੇ ਉਹਨਾਂ ਨੂੰ ਸ਼ਰੀਅਤ ਕਰੋਗੇ ਤੇ ਇਹਦੇ ਯਾਰ ਪਾਕਿਸਤਾਨ ਦਾ ਕਿਆ, ਕਿਹੜੇ ਰਸਤੇ ਤੇ ਪਾਕਿਸਤਾਨ ਦੇ ਜਿਹੜੇ ਲੋਂਡੇ ਲਪਾੜੇ ਨੇ ਚੱਲਣਗੇ। ਅੱਛਾ, ਇਹ ਦੂਸਰੀ ਗੱਲ ਮੈਂ ਇੱਕ ਹੋਰ ਕਹਿਣਾ ਕਿ ਪਾਕਿਸਤਾਨ ਦੇ ਅੰਦਰ, ਸਾਡੇ ਮੁਲਕ ਦੇ ਅੰਦਰ ਪਹਿਲੇ ਹੀ ਜਿਹੜਾ ਨਾ ਪਹਿਲੀਆਂ ਕੌਮਾਂ ਦੇ ਅੰਦਰ ਜਿਤਨੀਆਂ ਵੀ ਬੁਰਾਈਆਂ ਮੌਜੂਦ ਸਨ, ਉਹ ਅੱਜ ਸਾਰੀਆਂ ਦੀਆਂ ਸਾਰੀਆਂ ਬੁਰਾਈਆਂ ਸਾਡੇ ਲੋਕਾਂ ਵਿੱਚ ਪਈਆਂ ਜਾਂਦੀਆਂ ਨੇ। ਲਵਾਤਤ ਦੇਖ ਲਿਓ, हेरा फेरी देख लियो, मिलावट देख लियो, रिश्वत देख लियो, क्या पाकिस्तान के अंदर नहीं होनी? मैं कसम खा के कहना, अल्फन कहना, कलमा पढ़ के कहना, कुरान ते हथ रख के कहना कि पाकिस्तान के अंदर अज भी लवातत होंदी है और लवातत मुसलमान करते ने। ਹੁਣ ਇੱਕ ਮਿੰਟ ਰੁਕ ਵੀ ਜਾਓ ਨਾ ਯਾਰ। मैं सच बोलना सिर्फ ते किधर गए बहरीन अहमदिया, अहमदिया का साथ दे रहा, मैं कोई रिसर्च कर रहा, मैं एक इंसाफ पसंद बंदा वा, मैं मजलूम दे नाल खड़ा वा, मैं जालिम दा हथ पकड़ांगा। जालिम अगर मुंह नाल बोलेगा मैं ਉਹਦੇ ਮੂੰਹ ਤੇ ਹੱਥ ਰੱਖਾਂਗਾ, ਉਹਦੀ ਜ਼ਬਾਨ ਫੜ ਲਿਆਂਗਾ। ਮੈਂ ਭਾਈ ਤੂੰ ਫਰਿਸ਼ਤਾ ਹੈ, ਗੱਲ ਤੇ ਕਰ ਲੈਂਦੇ ਨਾ। ਮੈਂ ਪਿਆਨਾ ਵੀ ਜਦੋਂ ਇਹਨਾਂ ਗੱਲਾਂ ਦੇ ਉੱਤੇ ਇਹਨਾਂ ਬੰਦਿਆਂ ਦਾ ਇਖਤਲਾਫ ਹੀ ਕੋਈ ਨਹੀਂ, ਉਹ ਵੀ ਤੇਰੀਆਂ ਝਾਂ ਤੇ ਮਿਲਾਉਂਦੇ ਨੇ, ਤੇ ਫਿਰ ਹੁਣ ਇੱਕ ਦੂਜੇ ਨੂੰ ਸਮੀਉੱਲਾ ਕਲੀਮੁੱਲਾ, ਕਲੀਮੁੱਲਾ ਸੇ ਸਮੀਉੱਲਾ, ਸਮੀਉੱਲਾ ਸੇ ਕਲੀਮੁੱਲਾ ਤੇ ਨਾ ਖੇਡੋ, ਕਿਸੇ ਹੋਰ ਨੂੰ ਗੱਲ ਕਰ ਲੈਂਦੇ। ਜਿਹੜਾ ਲਵਾਤਤ ਉਸਤਾਦ ਜੀ ਤੁਸੀਂ ਕੰਪਲੀਟ ਕਰੋ, ਮੁਲਾਕਾਤ ਹੁੰਦੀ ਬ੍ਰੇਕ ਦੇ ਬਾਅਦ। ਜਿਹੜੀ ਲਵਾਤਤ ਦਾ ਇਲਜ਼ਾਮ ਤੋਂ ਲਾਇਆ ਹੈ ਕਿ ਪਾਕਿਸਤਾਨ ਦੇ ਵਿੱਚ ਅੱਜ ਵੀ ਜਾਰੀ ਹੈ, ਤੂੰ ਕਸਮ ਦੇ ਸਕਣਾ ਹੈ? ਕਿਆ ਤੂੰ ਇਹ ਵੀ ਕਸਮ ਦੇ ਸਕਣਾ ਹੈ ਕਿ ਮਿਰਜ਼ਾਈਆਂ ਦੇ ਵਿੱਚ ਵੀ ਜਾਰੀ ਹੈ, ਜਾਂ ਇਹ ਕਸਮ ਦੇਣਾ ਕਿ ਉਹਨਾਂ ਦੇ ਵਿੱਚ ਨਹੀਂ ਪਾਈ ਜਾਂਦੀ? ਇਹ ਕਸਮ ਵੀ ਉਹਨਾਂ 'ਚ ਨਹੀਂ ਪਾਈ ਜਾਂਦੀ। ਮੁਸਲਮਾਨਾਂ ਮੈਂ ਕਸਮ ਦੇਣਾ, ਮੈਂ ਕਸਮ ਖਾ ਕੇ ਕਹਿ ਸਕਣਾ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕੋਈ ਮੈਂ ਅਹਿਮਦੀ ਨੂੰ ਕਲੀਅਰ ਕਰ ਦੇਣਾ, ਕੋਈ ਮਿਰਜ਼ਈ, ਕੋਈ ਕਾਦੀਆਨੀ ਅੱਜ ਤੱਕ ਐਸਾ ਨਹੀਂ ਦੇਖਿਆ ਕਿ ਜਿਹੜਾ ਲਵਾਤਤ ਦੇ ਕੇਸ ਵਿੱਚ ਫੜਿਆ ਗਿਆ ਹੋਏ, ਉਹਨੂੰ ਸਜ਼ਾ ਹੋਈ ਹੋਏ, ਉਹਦਾ ਕੋਈ ਨਾਮ ਆਇਆ ਹੋਏ ਕਿ ਫਲਾ ਅਹਿਮਦੀ ਨੇ ਲਵਾਤਤ ਕੀਤੀ ਹੈ ਕਿਸੇ। ਇੱਥੇ ਰੁਕ ਜਾ, ਹੁਣੇ ਦਿੰਨੇ ਆ, ਹੁਣੇ ਕਿਤੇ ਨਹੀਂ ਵੱਜਦੀ, ਮੌਕੇ ਤੇ ਹੀ ਦਿੰਨੇ ਆ ਜੀ, ਮੌਕੇ ਤੇ ਹੀ ਦਿੰਨੇ ਆ। ਇੱਕ ਮਿੰਟ, ਇਹ ਥੱਲੇ ਜਿਹੜਾ ਆਇਆ ਇਹਨੂੰ ਗੱਲ ਕਰਨ ਦੀ ਤਮੀਜ਼ ਨਹੀਂ ਹੈ ਤੇ ਮਤਲਬ ਦੇਖੋ ਅਖਲਾਕ ਦਾ ਦਾਇਰਾ ਨਹੀਂ ਛੋੜਨਾ ਚਾਹੀਦਾ ਹੈ। ਮੈਂ ਨਬੀ ਪਾਕ ਦੇ ਉਮਤੀ ਹੋਣ ਦਾ ਨਾਤੇ ਮੈਂ ਅਖਲਾਕ ਦੇ ਦਾਇਰੇ 'ਚ ਰਹਿ ਕੇ ਗੱਲ ਕਰਾਂਗਾ, ਔਰ ਇਹ ਗੱਲ ਹੀ ਦਿੰਦਾ ਹੈ ਦੂਸਰਿਆਂ ਨੂੰ ਭੜਕਾਉਂਦਾ ਹੈ ਤਾਂ ਮੈਂ ਇਹਦੀ ਗਾਲੀ ਦਾ ਜਵਾਬ ਗਾਲੀ 'ਚ ਨਹੀਂ ਦੇਵਾਂਗਾ, ਇਹਨੂੰ ਮੂੰਹ ਹੀ ਨਹੀਂ ਲਾਵਾਂਗਾ, ਮੈਂ ਇਸ ਕਾਬਲ ਹੀ ਨਹੀਂ ਹੈ। ਭਾਈ ਲਵਾਤਤ ਬੋਲਣ ਤੋਂ ਹੀ ਕਹਿੰਦੇ ਨੇ ਨਾ। ਇਹ ਦੇਖੋ ਕਿਤਨਾ ਜਾਹਿਲ ਇਨਸਾਨ ਹੈ, ਜਾਹਿਲ ਤਰੀਨ ਇਨਸਾਨ। अच्छा चलो जी, जिन्नी फिकी उथे रवे च हुंदी है उन्नी किते भी नहीं हुंदी यार। अकबर खान साहब आप ऐसहोल नहीं कह सकते। हाँ, जिन्नी ऐस वजदी है ना रवे दे विच उन्नी किते भी नहीं वजदी। और ईवन मैं ये भी कह सकता ਜਿਹੜੇ ਸਾਡੇ ਮਜ਼ਹਬੀ ਰਹਿਨੁਮਾ ਨੇ, ਮੌਲਵੀ ਬਣੇ ਹੋਏ ਨੇ, ਇਮਾਮ ਬਣੇ ਹੋਏ ਨੇ, ਮੁਫਤੀ, ਇੱਥੇ ਤੁਹਾਡਾ ਮੁਫਤੀ ਆਂਦਾ ਯਾਰ ਉਹਨੇ ਆਪਣੀ ਜ਼ਬਾਨ ਨਾਲ ਇਕਰਾਰ ਕੀਤਾ ਕਿ ਉਹਨੇ ਇਮਰਾਨ ਇੱਕ ਬੱਚਾ ਸੀ ਤੇ ਉਹਦੇ ਨਾਲ ਉਹਨੇ ਮਦਰਸੇ ਦੇ ਵਿੱਚ ਜ਼ਿਆਦਤੀ ਕੀਤੀ ਹੈ। ਉਹ ਬੱਚਾ ਮਦਰਸੇ ਚ ਆਉਣਾ ਛੱਡ ਗਿਆ, ਡਰ ਗਿਆ ਬਹੁਤ ਜ਼ਿਆਦਾ। यूरोप चला गया, अपनी तालीम पूरी कर ना सकिया गया, वो ज़हनी मरीज बन गया, डर गया, सारी जिंदगी ਉਹਦੇ ਤੇ ਇੱਕ ਕੀ ਕਹਿੰਦੇ ਨੇ ਉਹਨੂੰ एहसास ਮੈਨੂੰ ਵੱਡੀ ਸਕਰੀਨ ਤੇ ਕਰਨਾ ਬਈ, ਸ਼ਾਰਪ ਸ਼ੂਟਰ ਮੈਨੂੰ ਵੱਡੀ ਸਕਰੀਨ ਤੇ ਕਰਨਾ। ਮੈਨੂੰ ਅਲੀ ਕੋਲੋਂ ਇੱਕ ਸਵਾਲ ਪੁੱਛ ਲੈਣ ਦੇ, ਫਿਰ ਮੈਂ ਨਿਕਲਣਾ। ਇੱਕ ਮਿੰਟ ਮੈਨੂੰ ਇਹਨੂੰ ਫਰਕ ਕਰ ਲੈਣ ਦੇ, ਸਿਰਫ 1 ਮਿੰਟ ਦੇ। ਰਾਜਾ ਸਾਹਿਬ ਮੈਨੂੰ ਇਹਨੂੰ ਫਰਕ ਕਰ ਲੈਂਦੇ ਨੇ। ਮੇਰੇ ਨਾਲ ਬੜਾ ਵੱਡੀ ਗੱਲ ਕੀਤੀ, ਇਹਨੇ ਆਖਿਆ ਕਿ ਮੈਂ ਅੱਜ ਤਾਈਂ ਅਹਿਮਦੀ ਨਹੀਂ ਦੇਖਿਆ। ਜਦੋਂ ਤੂੰ ਸਿਰਫ ਔਰ ਸਿਰਫ ਇੱਥੇ ਲਿਖਿਆ ਹਵਾਲਾ ਜਿਹੜਾ ਹੈ
ਹਵਾਲਾ ਜਿਹੜਾ ਅਫੀਸ਼ੀਅਲ ਦਾ ਹੋਣਾ ਚਾਹੀਦਾ ਹੈ, ਆਫੀਸ਼ੀਅਲ ਗੈਰ ਅਫੀਸ਼ੀਅਲ ਨਹੀਂ ਹੋਣਾ ਚਾਹੀਦਾ। ਅਫੀਸ਼ੀਅਲ ਸਰਕਾਰ ਦਾ ਹਵਾਲਾ ਹੋਣਾ ਚਾਹੀਦਾ ਹੈ, ਪੁਲਿਸ ਦਾ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਸਾਡੇ ਮੀਡੀਆ ਵਿੱਚ ਆਉਂਦਾ ਹੈ ਪੁਲਿਸ ਨਾਲ ਹੁੰਦੀ ਹੈ, ਹੱਥਕੜੀ ਪਈ ਹੁੰਦੀ ਹੈ, ਮੌਲਵੀ ਸਾਹਿਬ ਨੂੰ, ਪੀਰ ਸਾਹਿਬ ਨੂੰ, ਮੁਫਤੀ ਸਾਹਿਬ ਨੂੰ, ਸ਼ੇਖ ਸਾਹਿਬ ਨੂੰ ਹੱਥਕੜੀ ਪਈ ਹੁੰਦੀ ਹੈ। ਓਏ ਆਹੋ ਸੁਣ ਤੇ ਲੈ ਨਾ, ਸਿਰਫ ਤੂੰ ਗੂਗਲ ਲਿਖ ਕੇ ਨਾ ਤੇ ਲਿਖਣਾ ਹੈ ਇਮਰਾਨ ਅਹਿਮਦੀ UK ਲਿਖ, ਤੇ ਤੇਰੇ ਅੱਗੇ ਇਹ ਪਹਿਲੀ ਵੈਬਸਾਈਟ ਖੁੱਲੇ ਦੀ ਵਿਕੀਪੀਡੀਆ ਦੀ। ਇਮਰਾਨ ਅਹਿਮਦ ਖਾਨ, इमरान नासिर अहमद खान, बॉर्न 6 सितंबर 1973, ब्रिटिश फार्मर पॉलिटिशियन एंड कन्विक्टेड सेक्स ऑफेंडर। भाई पहली चोरी तो पहला ही फा लिख गूगल दे इमरान अहमदी UK लिख। जे पहले तेन विकीपीडिया के उत्ते सैक्शुअली कन्विक्टेड ना नजर आया पॉलिटिशियन तो फिर मैनू लांबा दें। तू आना तू अज तक देखा नहीं, ਇਹ ਪਹਿਲਾ ਨਾ ਹੀ ਤੈਨੂੰ ਇਮਰਾਨ ਅਹਿਮਦੀ ਤੋਂ ਦਿੰਨੇ ਆ। ਲਿਖ ਗੂਗਲ ਦੇ ਉੱਤੇ ਲਿਖਿਆ ਹੀ ਉਹ ਆਂਦਾ ਉਹਦੀ ਡਿਮਾਂਡ ਇਹ ਵੇ ਕਿ ਕੋਈ ਪੁਲਿਸ ਵਾਲਾ ਹੱਥ ਖੜੀ ਲਾ ਕੇ ਖੜਾ ਨਹੀਂ। ਪਹਿਲਾਂ ਇਹਨੂੰ ਤੇ ਮੰਨਦਾ ਹੈ, ਵਿਕੀਪੀਡੀਆ ਨੂੰ ਤੇ ਮੰਨੇਗਾ, ਮੰਨੇ ਹੈ ਇਹਦੀ ਫੋਟੋ ਇਹਨੂੰ ਚੰਗੀ ਤਰ੍ਹਾਂ ਸਿਆਣ ਲੈ। ਤੇ ਜਿਹੜੀਆਂ ਬਸ਼ੀਰ ਮਿਸਰੀ ਨੇ ਮੁਅੱਕਦ ਬਾਅਦ ਆਪ ਕਸਮ ਖਾਧੀ ਹੈ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਵਾਸਤੇ ਕਿ ਉਹਨੇ ਮੇਰੇ ਨਾਲ ਲਵਾਤਤ ਕੀਤੀ, ਉਹਦਾ ਕੀ ਕਰਨਾ? ਉਹਦਾ ਕਰਨੇ ਆ ਪਹਿਲਾਂ ਜਿਹੜਾ ਤਾਜ਼ਾ ਹੈ ਤੇ ਕਰ ਲਈਏ। ਕਹਿੰਦਾ ਮੈਂ ਅੱਜ ਤੱਕ ਵੇਖਿਆ ਨਹੀਂ ਕੋਈ ਕਨਵਿਕਟਡ। ਜਿਹੜਾ ਕੈਨੇਡਾ ਦੇ ਵਿੱਚ ਮੁਰੱਬੀ ਫੜਿਆ ਗਿਆ ਵੇ ਲਵਾਤਤ ਦੇ ਚੱਕਰ ਵਿੱਚ, ਉਹਦਾ ਕੀ ਕਰਨਾ ਵੇ? ਇਹ ਜਿਹੜਾ ਕਨਵਿਕਟਡ ਹੈ ਤੇ ਤੱਕ ਲੈ ਪਹਿਲਾਂ 2019 ਵਾਲਾ। ਉਹ ਜਿਹੜਾ ਜਾਮਿਆ ਚੋਂ ਮੇਰਾ ਕਲਾਸ ਫੈਲੋ ਨਸਿਆ ਹੋਇਆ 3 ਸਾਲ ਲਾ ਕੇ, ਉਹਨੇ ਮੈਨੂੰ ਦੱਸਿਆ ਸੀ ਕਿ ਉੱਥੇ ਜਾਮਿਆ ਦੇ ਵਿੱਚ ਲਵਾਤਤ ਹੁੰਦੀ ਹੈ, ਉਹਦਾ ਕੀ ਕਰਨਾ? ਮੈਂ ਮੁਅੱਕਦ ਬਾਜ਼ਾਬ ਕਸਮ ਖਾ ਕੇ ਕਹਿੰਦਾ ਕਿ ਮੈਨੂੰ ਉਹਨੇ ਦੱਸਿਆ ਸੀ। ਮੈਂ ਮੁਅੱਕਦ ਬਾਜ਼ਾਬ ਕਸਮ ਖਾ ਕੇ ਕਹਿੰਦਾ ਕਿ ਰਵੇ ਦੇ ਵਿੱਚ ਐਸ ਬਹੁਤ ਵੱਜਦੀ ਏ, ਇਹਦਾ ਕੀ ਕਰਨਾ ਹੈ? ਹਾਂ ਭਾਈ ਟਰੂ ਮੁਸਲਮ ਖੋਲ ਹੁਣ ਮਾਈਕ ਦੇ ਜਵਾਬ। ਬਲਕਿ ਤਬਲੇ ਹਾਰ ਵੱਜਦੀ ਏ। ਅਦਾਲਤ ਨੇ ਜਿੱਧਰ ਗਏ ਆ ਗਏ ਵਾਪਸ। ਉਹ ਤਾਂ ਹੋ ਗਿਆ। ਮੈਂ ਅਲੀ ਕੋਲੋਂ ਇਹ ਸਵਾਲ ਪੁੱਛਣਾ ਸੀ ਕਿ ਆਪਣਾ ਅੱਜ ਸੁਣਿਆ ਤਾਰਕ ਚੌਹਾਨ ਸਾਹਿਬ ਗੁਸਤਾਖੇ ਰਸੂਲ ਹੋ ਗਏ ਨੇ। ਉਹ ਅੱਗੇ ਨਹੀਂ ਕਿਹੜਾ ਕੁਝ ਪਹਿਲਾਂ ਨਹੀਂ ਰਾਜ ਸਾਹਿਬ ਅਸੀਂ ਤੁਹਾਨੂੰ ਸਾਰਿਆਂ ਨੂੰ ਅੱਗੇ ਹੀ ਮੰਨਦੇ ਆ। 400 ਤੋਂ ਤੁਸੀਂ ਹੋਰ ਕੁਝ ਪੁੱਛਣਾ ਸਾਰਿਆਂ ਨੂੰ ਮੰਨਦੇ ਆ। ਉਹ ਯਾਰ ਗੱਲ ਇਹ ਕਿ ਤਾਰਕ ਚੌਹਾਨ ਸਾਹਿਬ ਹੁਣ ਤੇ ਨਹੀਂ ਬੈਠਣਗੇ ਨਾ ਅਮਨ ਨਜ਼ੀਰ ਦੇ ਨਾਲ। ਇੱਕ ਮਿੰਟ ਇਹ ਤਾਂ ਪਤਾ ਕਰ ਲੈਂਦੇ। ਇਮਰਾਨ ਅਹਿਮਦ ਦੇ ਭਰਾ ਜਿਹੜਾ ਉਹ ਦਮਾਦ ਹੈ ਮਿਰਜ਼ਾ ਤਾਹਿਰ ਸਾਹਿਬ ਦਾ। ਤੁਸੀਂ ਅਹਿਮਦੀਆਂ ਦੇ ਇਲਜ਼ਾਮ ਲਾਏ ਹੋ ਨਾ ਕਿ ਅਹਿਮਦੀ ਗੁਸਤਾਖੇ ਰਸੂਲ ਨੇ, ਤੇ ਮੈਂ ਤਾਰਕ ਚੌਹਾਨ ਸਾਹਿਬ ਦੀ ਗੱਲ ਪੁੱਛਦਾ ਸੀ ਕਿਉਂਕਿ ਉਹ ਤੇ ਅਹਿਮਦੀ ਤੇ ਨਹੀਂ ਹੈ। ਮੈਂ ਪੁੱਛਣਾ ਪਿਆ ਰਾਜਾ ਸਾਹਿਬ ਆਪਣਾ ਫੇਰ ਉਹੀ ਕੰਮ ਕਰਨਾ ਪਿਆ, ਫੇਰ ਤੂੰ ਬਿਠਾਇਆ ਨਾਲ। ਯਾਰ ਗੱਲ ਤੇ ਕਰ ਲੈਂਦਾ ਨਾ, ਕਿੱਥੇ ਤਾਰਕ ਚੌਹਾਨ ਤੇ ਬੈਠੇ। ਮੈਂ ਤਾਂ ਕਹਿੰਦਾ ਇਹ ਇਮਰਾਨ ਅਹਿਮਦ ਜਿਹੜਾ ਇਹਦਾ ਭਰਾ ਮਿਰਜ਼ਾ ਤਾਹਿਰ ਦਾ ਦਮਾਦ ਹੈ। ਮੇਰਾ ਤਾਂ ਇਹ ਮੌਜੂ ਹੀ ਨਹੀਂ ਹੈ, ਤੇ ਪਤਾ ਨਹੀਂ ਕਿਹਨੇ ਗੱਲ ਕੀਤੀ ਹੈ। ਤੁਸੀਂ ਮੰਨਦੇ ਹੋ ਵੀ ਅਹਿਮਦੀ ਵੀ ਇੰਜ ਲਵਾਤਤ ਦੇ ਵਿੱਚ ਮੁਬਤਲਾ ਨੇ? ਮੈਂ ਸੁਣੀ ਨਹੀਂ ਗੱਲ ਕਿ ਕੋਈ ਮੈਂ ਇਹੋ ਜਿਹੇ ਮੌਜੂਆਤ ਮੈਂ ਡਿਸਕਸ ਹੀ ਨਹੀਂ ਕਰਦਾ। ਇਹ ਮੇਰੀ ਤੇ ਇਹਦੀ ਟਰੂ ਮੁਸਲਮ। ਮੈਨੂੰ ਤਾਂ ਇਹ ਪਤਾ ਹੈ ਇਨਸਾਨ ਕਮਜ਼ੋਰ ਹੈ, ਗਲਤੀਆਂ ਹੁੰਦੀਆਂ ਰਹਿੰਦੀਆਂ ਨੇ, ਲੇਕਿਨ ਬਹਰਹਾਲ ਫਰਕ ਜ਼ਰੂਰ ਹੁੰਦਾ। ਸਭ ਕੋਲੋਂ ਹੋ ਜਾਂਦੀਆਂ ਨੇ, ਸਾਰਿਆਂ ਵਿੱਚ ਸਭ ਕੋਲੋਂ ਹੁੰਦੀਆਂ ਨੇ, ਲੇਕਿਨ ਜਿਹੜੇ ਖੁਦਾਈ ਜਮਾਤ ਵਾਲੇ ਹੁੰਦੇ ਨੇ, ਜਿਹੜੇ ਦੂਸਰੇ ਹੁੰਦੇ ਨੇ, ਉਹਨਾਂ 'ਚ ਲਾਜ਼ਮਨ ਵਾਜ਼ਿਹ ਫਰਕ ਜ਼ਰੂਰ ਹੁੰਦਾ। ਉਹ ਫਰਕ ਤੇ ਚਲੋ ਤੇ ਬਾਕੀ ਤੇ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ, ਉਹ ਤੇ ਨਬੀ ਪਾਕ ਦੇ ਜ਼ਮਾਨੇ 'ਚ ਵੀ ਹੋ ਜਾਂਦੀਆਂ। ਨਬੀ ਪਾਕ ਦੇ ਜ਼ਮਾਨੇ 'ਚ ਵੀ ਹੁੰਦੀਆਂ ਰਹੀਆਂ ਨੇ। ਤੇ ਫਿਰ ਇਹ ਜਿਹੜਾ ਪਿਆ ਕਹਿੰਦਾ ਹੈ ਕਿ ਸਿਰਫ ਪਾਕਿਸਤਾਨ ਦੇ ਜਿਹੜੇ ਮੁਸਲਮਾਨ ਨੇ, ਮੈਂ ਕਸਮ ਦੇਣਾ ਕਿ ਉਹ ਲਵਾਤਤ ਕਰਦੇ। ਉਹ ਤੇ ਸਰੇਆਮ ਹੁੰਦੀ ਹੈ ਨਾ ਯਾਰ। ਗੱਲ ਇਹ ਹੈ ਕਿ ਚਲੋ ਇੱਕ ਇਹ ਹੈ ਕਿ ਕਿਸੇ ਨੇ ਚੋਰੀ ਛੁਪੇ ਗਲਤੀ ਕਰ ਲਈ, ਲੇਕਿਨ ਸਰੇਆਮ ਸਾਡੇ ਆਪਣੇ ਗੁਜਰਾਤ 'ਚ ਲੌਂਡੇਬਾਜ਼ੀ ਜਿਹੜਾ ਉਹ ਤੇ ਪਸੰਦੀਦਾ ਸ਼ੁਗਲ ਹੈ ਲੋਕਾਂ ਦਾ। ਇਮਰਾਨ ਅਹਿਮਦ ਜਿਹੜਾ ਇਹ ਕਾਹਦੇ 'ਚ ਫੜਿਆ ਗਿਆ UK 'ਚ? ਚਲੋ ਛੱਡੋ, ਫਿਰ ਰਹਿਣ ਦੋ ਨਾ, ਫਿਰ ਗੱਲ ਅੱਗੇ ਨਹੀਂ। ਰਹਿਣ ਦਿਓ, ਇਹਨੂੰ ਰਹਿਣ ਦਿਓ, ਇਹਦੇ ਤੇ ਕੱਪੜਾ ਪਾ ਦਿਓ। ਹਥਿਆਰਾ ਕਾਫੀ ਹੈ, ਮੈਂ ਦੱਸਿਆ ਕਿ ਫਰਕ ਜ਼ਰੂਰ ਹੁੰਦਾ। ਬਸ ਕੈਨੇਡਾ ਦਾ ਮੁਰੱਬੀ ਏ, ਕੈਨੇਡਾ ਦਾ ਮੁਰੱਬੀ ਏ ਜਿਹੜਾ ਬੱਚਿਆਂ ਦੀ ਪੋਰਨੋਗ੍ਰਾਫੀ ਕਰਦਾ, ਉਹ ਕੈਨੇਡਾ ਦਾ ਮੁਰੱਬੀ। ਮੈਂ ਉਹ ਵੀਡੀਓ ਅਪਲੋਡ ਤੁਸੀਂ ਦੇਖੋ, ਰਾਣਾ 80,000 ਬੰਦਿਆਂ ਨੇ ਵਿਊ ਕੀਤੀ ਹੈ, 80,000 ਬੰਦਿਆਂ ਨੇ।
ਉਹ ਗੱਲ ਮੁਕਾ ਜੇ ਛੜੀ ਹੈ, ਕੱਲੀ ਕੱਲੀ ਤੁਸੀਂ ਜ਼ਿਕਰ ਕਰਨਾ ਸ਼ੁਰੂ ਕਰੋਗੇ ਤੇ ਫਿਰ ਤੁਹਾਡੇ ਹਾਲ ਪੱਲੜਾ ਜਿਹੜਾ ਭਾਰੀ ਹੋ ਜਾਣਾ। ਦੂਸਰਾ ਸਵਾਲ ਇਹ ਕਿ ਚਲੋ ਬੰਦੇ ਕੋਲੋਂ ਗਲਤੀ ਹੋ ਜਾਣੀ ਹੈ ਕਿਸੇ ਵੀ ਮਸਲਕ ਮਜ਼ਹਬ ਉਹ ਦਾ ਮੰਨ ਹੋਵੇ। ਗਿਆ ਨਹੀਂ ਗੱਲ ਤੇ ਸੁਣੋ ਨਾ, ਮੰਨ ਗਏ ਗਲਤੀ ਹੋਈ ਹੈ। ਸੁਣੋ ਇਹਨਾਂ ਤੁਹਾਡੀ ਕੋਲ ਗੱਲ ਗਲਤੀਆਂ ਬਕੌਲ ਤੁਹਾਡੇ ਤੁਸੀਂ ਕਹਿ ਰਹੇ ਹੋ ਤੁਹਾਡੇ ਮਰਜ਼ਾਈਆਂ ਕੋਲ ਵੀ ਗਲਤੀਆਂ ਬੰਦੇ ਜਿਹੜੇ ਹੁੰਦੀਆਂ ਪੜ੍ਹੇ ਨੇ। ਲਿਖੇ ਨਹੀਂ ਹੁੰਦੇ ਉਹਨਾਂ ਨੂੰ ਨਹੀਂ ਪੁੱਛਣਾ ਤਾਲੀਮ ਮੈਂ ਹੁੰਦੀ ਸਵਾਲ ਉਹ ਕੀਤਾ ਕਰਦੇ ਹੈ ਨੇ। ਵੀ ਤੁਹਾਡੇ ਲੇਕਿਨ ਮਰਜ਼ਾਈਆਂ ਜਿਹੜੇ ਆਲਮ ਹੁੰਦੇ ਨੇ ਮੌਲਵੀ ਮੁਫਤੀ ਹੁੰਦੇ ਨੇ ਇਹ ਕਿਸ ਤਰ੍ਹਾਂ ਮਤਲਬ ਫਿਸਲ ਜਾਂਦੇ ਨੇ ਇਹ ਬੱਚਿਆਂ ਨਾਲ ਜਿਹੜੇ ਛੋਟੇ ਮਰਬੀ ਬੱਚਿਆਂ ਉਹ ਭਾਈ ਮਰਬੀ ਹੈ ਜਿਹੜਾ ਪਕੜਨ ਹੋਇਆ ਮਰਜ਼ਾਈਆਂ ਦਾ, ਉਹ ਜਿਹਨਾਂ 50,000 ਬੱਚਿਆਂ ਨੂੰ ਮਾਸੂਮ ਹੁੰਦੇ ਨੇ ਪਤਾ ਹੀ ਨਹੀਂ, ਉਹਨਾਂ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੀ ਹੋ ਰਿਹਾ, ਕੀ ਕਿਆਮਤ ਆ ਗਈ ਉਹਨਾਂ ਦੇ ਉੱਤੇ, ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਕੀ ਲਾਏ। ਚਾਈਲਡ ਪੋਰਨੋਗ੍ਰਾਫੀ ਮੌਲਵੀ ਸਾਹਿਬ ਹੋ ਗਏ, ਮੁਫਤੀ ਸਾਹਿਬ ਹੋ ਗਏ, ਨਹੀਂ ਜੋ ਮਿਰਜ਼ਾ ਹਨੀਫ ਨੇ ਜਿਹੜਾ ਕਿਹਾ ਸੀ ਕਿ ਅੱਬਾ ਗੱਲ ਨੇ ਅੱਜ ਮੇਰੇ ਨਾਲ ਪਦਕਾਰੀ ਕਰਦੀ, ਤੁਹਾਨੂੰ ਇੱਕ ਐਕਸਪੋਜ਼ ਕਰ ਰਿਹਾ ਤੁਹਾਡੀ ਉਹਦਾ ਕੀ ਕਰਨਾ ਰਿਐਲਿਟੀ ਉਹ ਬਿਆਨ ਕਰ ਰਿਹਾ ਸੱਚ। ਮਿਰਜ਼ਾ ਹਨੀਫ ਨੇ ਕਿਹਾ ਕਿ ਅੱਬਾ ਹਜ਼ੂਰ ਨੇ ਅੱਜ ਮੇਰੇ ਸਾਥ ਪਦਕਾਰੀ ਮੈਂ ਇਹ ਦੱਸ ਰਿਹਾ ਕਿ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਇਹਨਾਂ ਕੋਲੋਂ ਆਪਣੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ ਤੇ ਆਪਣੇ ਮਹੱਲੇ 'ਚ ਵੀ ਦੱਸੋ ਉਸ ਬੰਦੇ ਦਾ ਫੋਟੋ ਕਿ ਇਹ ਮੌਲਵੀ ਸਾਹਿਬ ਨੇ ਇਹਨਾਂ ਨਾਲ ਫਲਾਂ ਜਗ੍ਹਾ ਇਹਨਾਂ ਨੇ ਇੱਕ ਬੱਚੇ ਨਾਲ ਜ਼ਿਆਦਤੀ ਕੀਤੀ ਹੈ। ਤੁਸੀਂ ਇੱਥੇ ਜਦੋਂ ਵੀ ਇਸ ਮੌਲਵੀ ਨੂੰ ਦੇਖੋ ਤਾਂ ਆਪਣੇ ਬੱਚਿਆਂ ਨੂੰ ਇਹਦੇ ਕੋਲੋਂ ਦੂਰ ਕਰ ਲਓ, ਇਹਨੂੰ ਇਸ ਮੌਲਵੀ ਨੂੰ ਆਪਣੀ ਮਸਜਿਦ ਵਿੱਚ ਇਮਾਮ ਨਹੀਂ ਰੱਖਣਾ। ਅੱਬਾ ਹਜ਼ੂਰ ਇਹ ਦੱਸੋ ਤੁਸੀਂ ਅਲਾਮਾ ਸਾਹਿਬ ਆਬਦ ਇੱਕ ਮਿੰਟ ਠਹਿਰ ਜੀ, ਆਬਦ ਇੱਕ ਮਿੰਟ, ਅਲਾਮਾ ਸਾਹਿਬ ਕਿੱਧਰ ਗਏ ਨੇ? ਹਾਂਜੀ ਸੁਣਦਾ ਅਲਾਮਾ ਸਾਹਿਬ ਮੇਰਾ ਇਹੀ ਸਵਾਲ ਸੀ ਕਿ ਕਿਆ ਆਇੰਦਾ ਤੋਂ ਬਾਅਦ ਤਾਰਕ ਚੌਹਾਨ ਸਾਹਿਬ ਤੁਹਾਡੇ ਨਾਲ ਬੈਠੇ ਨਜ਼ਰ ਆਣਗੇ? ਜਿਸ ਤਰ੍ਹਾਂ ਦੂਜੇ ਸਾਰੇ ਸ਼ਾਤਮ ਬੈਠੇ ਨਜ਼ਰ ਆਉਂਦੇ ਨੇ ਇਸ ਤਰ੍ਹਾਂ ਇਹ ਵੀ ਬੈਠੇ ਨਜ਼ਰ ਆਉਣਗੇ। ਅੱਛਾ ਨਜ਼ਰ ਆਣਗੇ, ਠੀਕ। ਬਸ ਇਹ ਨਹੀਂ ਸਵਾਲ ਹੈ, ਹੁਣ ਤੁਸੀਂ ਲਾਓ ਗੱਪਸ਼ਪ ਕਰੋ ਯਾਰ। ਦੂਜੇ ਵੀ ਤਾਂ ਸਾਰੇ ਸ਼ਾਤਮ ਬੈਠੇ ਨੇ। ਖੁਦਾ ਦਾ ਖੌਫ ਕਰੋ ਯਾਰ, ਖੁਦਾ ਦਾ ਖੌਫ। ਭਾਈ ਸਾਹਿਬ ਅਸਾਂ ਕੋਸ਼ਿਸ਼ ਕਰਨੀ ਹੋ ਮਿਰਜ਼ਾ ਸਾਹਿਬ ਨੂੰ ਛੱਡ ਦੇ, ਸਿੱਧੀ ਰਾਹ ਤੇ ਆ ਜੇ, ਤੁਸੀਂ ਵੀ ਤੋਬਾ ਕਰ ਲਓ ਬਣਨ ਤੋਂ ਪਹਿਲੇ। ਇਹ ਅੱਲਾਹ ਤਾਲਾ ਦੀ ਤਕਦੀਰ ਹੁੰਦੀ ਹੈ ਜਿਹੜੀ ਵਰਕ ਕਰਦੀ ਰਹਿੰਦੀ ਹੈ। ਇਹ ਕਾਫੀ ਅਰਸੇ ਤੋਂ ਤੁਸੀਂ ਚੌਹਾਨ ਸਾਹਿਬ ਨੂੰ ਨਾਲ ਬਿਠਾ ਕੇ ਨਾ ਤੇ ਤਾਬੜ ਤੋੜ ਹਮਲੇ ਤੇ ਇਹ ਉਹਨਾਂ ਰਾਏ ਸਾਹਿਬ ਅਸੀਂ ਇੱਕ ਘੋੜਾ ਖੋਲ ਕੇ ਲੈ ਆਏ ਆ ਨਾ, ਮੇਰੀ ਗੱਲ ਸੁਣ ਲਓ, ਇੱਕ ਘੋੜਾ ਖੋਲ ਕੇ ਲੈ ਆਏ ਆ ਸਾਕੀ, ਹੁਣ ਦੂਜਾ ਵੀ ਖੋਲ ਲੈਣਾ ਹੈ, ਤੁਹਾਨੂੰ ਵੀ ਇਨਸ਼ਾਅੱਲਾ ਮੁਸਲਮਾਨ ਕਰ ਸਕਣਾ ਹੈ। ਹਾਂ ਠੀਕ ਹੈ, ਲੇਕਿਨ ਚੌਹਾਨ ਸਾਹਿਬ ਤੇ ਨਹੀਂ ਨਾ ਬੈਠੇ ਨਜ਼ਰ ਆਣਗੇ। ਉਹ ਚੌਹਾਨ ਸਾਹਿਬ ਦੀ ਮਰਜ਼ੀਆਂ ਨੂੰ ਬੜੀ ਤਕਲੀਫ ਹੈ। ਹਾਂ ਅਮਨਦੀਪ ਸਾਹਿਬ ਨਹੀਂ ਚੌਹਾਨ ਸਾਹਿਬ ਦੀ ਮਰਜ਼ੀਆਂ ਨੂੰ ਬੜੀ ਤਕਲੀਫ। ਔਰ ਇਹਨਾਂ ਨੇ ਫਰੇਬੀ ਕੀ ਕੀਤੀ ਹੈ ਕਿ ਉਹ ਚੌਹਾਨ ਸਾਹਿਬ ਨੇ ਕੋਈ ਗੱਲ ਕੀਤੀ, ਮੈਂ ਤਾਂ ਸੁਣੀ ਵੀ ਨਹੀਂ, ਮੈਂ ਸਿਰਫ ਬਾਅਦ ਚ ਜਿਹੜੀਆਂ ਗੱਲਾਂ ਹੋਈਆਂ ਨੇ ਉਹਦੇ ਤੋਂ ਅੰਦਾਜ਼ਾ ਲਾਇਆ ਕਿ ਕੋਈ ਗੜਬੜ ਹੋਈ ਹੈ। ਇਹ ਮਰਜ਼ੀ ਕਿਉਂ ਚੱਲਦੇ ਉਹਦਾ ਇਲਜ਼ਾਮ ਸਾਰਾ ਮਰਜ਼ੀ ਕਿਉਂ ਚੱਲਦੇ ਨੇ ਕਿ ਅਮਰ ਨਜ਼ੀਰ ਕੋ ਤਾਰਕ ਚੌਹਾਨ ਅਮਰ ਨਜ਼ੀਰ ਕੋਲ ਉੱਠ ਜਾਵੇ? ਦੋਨੇ ਤੇ ਸੁਹਾਗਾ ਇਹ ਕੀਤਾ ਹੈ ਕਿ ਉਹ ਤਾਰਕ ਚੌਹਾਨ ਸਾਹਿਬ ਦਾ ਸਾਰਾ ਇਲਜ਼ਾਮ ਅਹਿਮਦੀਆਂ ਦੇ ਸੁੱਟ ਕੇ ਆ ਗਏ ਨੇ। ਨਹੀਂ ਇਹ ਮਰਜ਼ੀ ਕਿਉਂ ਚੱਲਦੀ ਹੈ ਕਿ ਤਾਰਕ ਚੌਹਾਨ ਮਿਰਜ਼ਾ ਸਾਹਿਬ ਨੇ ਕੀਤਾ, ਮੇਰੀ ਗੱਲ ਸੁਣ ਲਓ, ਤੁਸੀਂ ਮੇਰੀ ਗੱਲ ਤਾਰਕ ਚੌਹਾਨ ਨੇ ਉਹੀ ਕੰਮ ਕੀਤਾ ਜੋ ਮਿਰਜ਼ਾ ਸਾਹਿਬ ਨੇ ਕੀਤਾ ਸੀ ਹਜ਼ਰਤ ਈਸਾ ਅਲੈਹਿਸ ਸਲਾਮ ਦੇ ਬਾਰੇ ਚ, ਸਮਝਾ ਗਏ ਹੋ? ਉਹ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ, ਉਹਨਾਂ ਨੇ ਸੇਮ ਉਹਨਾਂ ਦੀ ਕਾਪੀ ਕੀਤੀ ਹੈ। ਅਸੀਂ ਨੂੰ ਕਹਿੰਦੇ ਆ ਤਾਰਕ ਚੌਹਾਨ ਨੂੰ ਤੋਬਾ ਕਰ ਲੈ, ਮੁਸਲਮਾਨ ਹੋ ਜਾ। ਅਮਰ ਭਾਈ ਅਜ਼ੇ ਹੀ ਕਹਿੰਦੇ ਪਏ ਸਨ। ਨਹੀਂ ਉਹ ਠੀਕ ਹੈ, ਜਿਹੜੇ ਮਿਰਜ਼ਾ ਸਾਹਿਬ ਨੂੰ ਤਾਰਕ ਚੌਹਾਨ ਸਾਹਿਬ ਮੰਨਦੇ ਨੇ ਉਹ ਕਰਦੇ ਹੋਣਗੇ, ਜਿਨ੍ਹਾਂ ਨੂੰ ਅਸੀਂ ਮੰਨਦੇ ਉਹਨਾਂ ਦੀ ਕੋਈ ਐਸੀ ਗੱਲ ਨਹੀਂ। ਲੇਕਿਨ ਚੀਜ਼ ਇਹ ਹੈ ਕਿ ਹੁਣ ਬੈਠੇ ਨਜ਼ਰ ਆਣਗੇ ਅਮਨ ਨਜ਼ੀਰ ਸਾਹਿਬ ਨਾਲ, ਮੇਰਾ ਸਵਾਲ ਬਸ ਇਹਨਾਂ। ਹਾਂਜੀ ਆਣਗੇ, ਉਹਨਾਂ ਨੇ ਜਵਾਬ ਦੇ ਦਿੱਤਾ। ਉਹ ਅਕਬਰ ਸਾਹਿਬ ਤੁਸੀਂ ਤਾਂ ਖਲੋ ਜਾਓ। ਅੱਛਾ ਇਹ ਮੈਨੂੰ ਟਰੂ ਮੁਸਲਮ ਕਹਿੰਦਾ ਵੇ ਕੱਲ ਕਿ ਜੰਬਾ ਸਾਹਿਬ ਦੀ ਸ਼ਕਲ ਵੇਖਣ ਤੇ ਦਿਲ ਨਹੀਂ ਕਰਦਾ ਤੇ ਉਹਨੂੰ ਮੁਸਲੇ ਮੌਤ ਕਿੰਨੇ ਬਣਾ ਦਿੱਤਾ, ਤੇ ਉਹ ਪੈਨਸ਼ਨ ਚੋਰ ਨੂੰ ਕਿੰਨੇ ਬਣਾ ਦਿੱਤਾ ਸੀ ਮੁਸਲੇ? ਚਲੋ ਅਮਨ ਜੀ ਸਾਹਿਬ ਬੈਠੋ, ਤੁਸੀਂ ਗੱਪਸ਼ਪ ਲਾਓ, ਮੇਰਾ ਇੰਨਾ ਕੀ ਸਵਾਲ ਸੀ। ਅਕਬਰ ਸਾਹਿਬ ਤੁਸੀਂ ਦਵਾਈ ਸ਼ਵਾਈ ਖਾ ਲਓ ਪਲੀਜ਼। ਮੈਂ ਖਾਧੀ ਇਹ ਉਹ ਛੱਪੜ ਜਿਹੜਾ ਨਹਾਉਂਦਾ ਸੀ ਉਹਨੂੰ ਕਿੰਨੇ ਮੁਸਲੇ ਬਣਾ ਦਿੱਤਾ ਸੀ? ਉਹ ਜਿਹਦੇ ਸਾਹਮਣੇ ਨੰਗੀਆਂ ਔਰਤਾਂ ਸੀ ਉਹਨੂੰ ਕਿੰਨੇ ਮੁਸਲੇ ਬਣਾ ਦਿੱਤਾ ਸੀ? ਇਹਦਾ ਜਵਾਬ ਦਿਓ। ਜੰਬਾ ਸਾਹਿਬ ਤੇ ਬੜਾ ਇਤਰਾਜ਼ ਕਰਦੇ, ਉਹ ਪੈਨਸ਼ਨ ਚੋਰ ਤੇ ਇਤਰਾਜ਼ ਕਿਉਂ ਨਹੀਂ ਕਰਦੇ? ਉਹਦੇ ਪੁੱਤਰ ਨੇ ਲਿਖਿਆ ਨਾ, ਮੈਂ ਤੇ ਨਹੀਂ ਲਿਖਿਆ, ਉਹਦੇ ਪੁੱਤਰ ਉਹ ਨਿੱਕੇ ਬਸ਼ੀਰੇ ਨੇ ਲਿਖਿਆ ਵੇ ਸੀਰਤੁਲ ਮਹਿਦੀ ਦੇ ਵਿੱਚ। ਨੰਗੀਆਂ ਔਰਤਾਂ ਵੀ ਨਹਾਉਂਦੀਆਂ ਸੀ, ਪੈਨਸ਼ਨ ਚੋਰ ਵੀ ਸੀ, ਫਿਰ ਹੋਰ ਉਹ ਛੱਪੜੇ ਡੱਡੂਆਂ ਦੇ ਵਿੱਚ ਨਹਾਉਂਦਾ ਵੀ ਹੁੰਦਾ ਸੀ। ਇਹ ਸਾਰਾ ਕੁਝ ਨਿੱਕੇ ਬਸ਼ੀਰੇ ਨੇ ਲਿਖਿਆ ਹੈ। ਫਿਰ ਵੱਡੀ ਮਾਂ ਕਿਹਦੇ ਬਾਰੇ ਚ ਉਹਨੇ ਲਿਖਿਆ ਹੈ? ਨਿੱਕੇ ਬਸ਼ੀਰੇ ਨੇ ਕਿਹਦੇ ਬਾਰੇ ਚ ਲਿਖਿਆ? ਆਪਣੇ ਪਿਓ ਦੇ ਬਾਰੇ ਚ। ਨਹੀਂ ਜੰਬਾ ਸਾਹਿਬ ਦੇ ਉੱਤੇ ਇਤਰਾਜ਼ ਕਰਦੇ ਨੇ ਨਾ ਕਿ ਜੰਬਾ ਸਾਹਿਬ ਨੂੰ ਕਿੰਨੇ ਖਲੀਫਾ ਬਣਾਤਾ, ਉਹਦੀ ਸ਼ਕਲ ਵੇਖਣ ਤੇ ਦਿਲ ਨਹੀਂ ਕਰਦਾ, ਤੇ ਉਹ ਪੈਨਸ਼ਨ ਚੋਰ ਨੂੰ ਜਿਹਨੇ ਬਣਾਇਆ ਸੀ ਉਹਨੇ ਹੀ ਜੰਬਾ ਸਾਹਿਬ ਨੂੰ ਬਣਾਇਆ ਵੇ। ਅਗਰ ਪੈਨਸ਼ਨ ਚੋਰ ਬਣ ਸਕਦਾ ਸੀ ਤੇ ਜੰਬਾ ਸਾਹਿਬ ਕਿਉਂ ਨਹੀਂ ਬਣ ਸਕਦੇ?
ਉਹਨੇ ਤੇ ਨਿੱਕੇ ਬਸ਼ੀਰਾਂ ਨੇ ਲਿਖਿਆ ਹੋਵੇ ਕਿ ਉਹ ਵੱਡੀ ਮਾਂ ਦੇ ਨਾਲ ਮੁਬਾਸ਼ਰਤ ਕਰਨੀ ਵੀ ਛੱਡਦੀ ਸੀ ਮੇਰੇ ਅੱਬੇ ਨੇ। ਅਕਬਰ ਸਾਹਿਬ ਛੱਡ ਦਵੋ ਇਹੋ ਜਿਹੇ ਕੰਮ ਨਾ ਕਰੋ, ਮਿਹਰਬਾਨੀ ਤੁਹਾਡੀ। ਨਹੀਂ ਉਹ ਮੈਂ ਮੈਨੂੰ ਜਵਾਬ ਦਿਓ ਨਾ। मैं तो तुसा ही दसिया सी। ओ अकबर साहब सुन लो, तुसा ही दसिया ही ना। मेरे बेटे ने आके मुझे बताया था कि हमारा चाचू हमारी अम्मी के साथ एन गैन कर रहा है, तो फिर आपने उसको छुरियां मार दी। मैं आज उत्ते आती है कि भाई मिर्जा अब मैं दसना ਇਹਦਾ ਜਵਾਬ नहीं दसना की है, हुन दसना रौला कदे बनाई। ਹੁਣ ਚੁੱਪ ਤੇ ਕਰ ਨਾ, ਬੋਲਣ ਤੇ ਦੇ ਨਾ। गदा तू गलत बयानी करना है। तेरे ਬੋਲਣ ਤੇ ਦੇ ਨਾ। ਉਹ ਕਿਹੜੀ अबू जान, अबू अकबर खान साहब हमारी मामा के साथ हमारा चाचू पकड़ा जाएगा। आपने क्यों चुरियां मारी थी उनको? जल्दी जल्दी चुरियां मारो उसको। शर्म आनी चाहिए दोनों। तेरे मुंडे चोर मुस्लिम चाचू अबू जान चाचू पकड़ा गया और खान साहब चुरियां मारो। ਵਾਰੀ ਨਾਲ ਬੋਲ। ਮੈਂ ਤੁਹਾਨੂੰ ਮਰਜ਼ੀਆਂ ਨੂੰ ਫਾੜ ਕੇ ਨਾ ਰੱਖ ਦਿੱਤਾ ਤੇ ਫਿਰ ਆਖੀ आपके बेटे ने आपको बताया कि अबू जान चाचू पकड़ा गया मम्मा के साथ। हाँ जी, रूहानी शैतानी मम्मा के साथ, सबूई के साथ, रूहानी शैतानी मम्मा सबूई के साथ। अच्छा मर गई हो गल दसो। बताओ आवाज आएगी, तुम बकवास करोगे तो फिर ऐसा ही होगा, रोड़ा बन जाएगा। ओ कंजर मर गई, गांडू मर गई, जैसे तुम शातमित करते हो। और मिर्जा महमूद के गांडू पैरोकार शातमित करके आया मिर्जा है, इसलिए महमूद के गांडू पैरोकार शातमित कर रहे हो। मिर्जा महमूद गांडू सी गांडू। बताओ आपके बेटे ने आपको क्या बताया था कि अम्मी नंगी थी तुम्हारी बेगम नंगी पकड़ी गई थी इसलिए छुरियां मारी तुमने। ये तनु किने दस्या? छुरियां मारी थी बताओ। मिर्जा मसरूर ने दस्या तनु सबूई दी लता चाचू क्या हो गया कुछ? अगर तुमने देख लिया था अपने चाचू अच्छा मिर्जा मसरूर को तो लता भी सबूई दी नहीं तो फिर क्या हो गया था? शर्म करो। अच्छा बोलन नहीं देगा और मनु मर गई शर्मा शर्म खा। तू अपनी बेगम नो अगर वे लिया सी चाचा मर गई मनु बोलन नहीं देगा। तेरा सका खून से जे ओ भैन ही हक मर गई ओ कंजरो कुत्ते हो। तेरा चक्का ओ कुत्ते तेरा हो। खून सका की कीता जे फायदा नाल की कीता जे ओ लानत ਤੁਹਾਡੇ ਤੇ। अच्छा ਇਹਨਾਂ ਨੂੰ ਇੱਕ ਗੱਲ ਅਮਰ ਨਜ਼ੀਰ ਸਾਹਿਬ ਨੂੰ ਸਮਝ ਨਹੀਂ ਆਉਂਦੀ। ਅਮਰ ਨਜ਼ੀਰ ਹੈ ਵੇ ਇਹ ਕੀ ਮਾਜਰਾ ਹੈ ਕਿ ਇੱਕ अच्छा एक मिनट ठहर जाओ, तू चुप कर गांडू। ਓਏ ਕੀ ਮੈਨੂੰ ਇਹ ਦੱਸੋ ਕਿ ਇਹ ਮਰਜ਼ੀਆਂ ਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਮਤਲਬ ਤੁਹਾਡੀ ਵਾਈਫ ਨਾਲ ਤੁਹਾਡੇ ਭਤੀਜੇ ਨੇ ਉਹ ਕੀ ਮੈਂ ਦੱਸਦਾ ਉਹ ਭੈਣ ਦੀ ਲੋਲਣ ਦੀ ਚੁੱਪ ਕਰ ਕੁੱਤੇ ਦੇ ਆਪ ਤੁਹਾਨੂੰ ਵੀ ਕਹਿ ਸਕਦਾ ਤੇਰੀ ਭੈਣ ਕੁੱਤੇ ਯਾਰ ਚੂਰ ਮਰਜ਼ਈ ਦੇ ਭੈਣ ਗਾਲੀ ਨਹੀਂ ਦੇ ਰਿਹਾ ਨਾ ਹੀ ਗਾਲੀ ਦੇ ਹੱਕ ਇਹ ਵੀ ਮਰਜ਼ਈ ਹੈ ਮਾਂ ਦੀ ਲੜਨਾ ਕੁੱਤਾ। ਜਿਸ ਬੰਦੇ ਨੂੰ ਸੱਚੀ ਗੱਲ ਕਹੇ ਉਹ ਗਾਲੀਆਂ ਤੇ ਆ ਜਾਣਾ। ਇਹਨੂੰ ਕੋਈ ਸੱਚੀ ਗੱਲ ਕਹੀਏ ਉਹ ਤਾਂ ਤੂੰ ਬੋਲਣ ਨਹੀਂ ਨਾ ਦਿੰਦਾ। ਇਸ ਵਾਸਤੇ ਤੇਰੀ ਮਾਂ ਨੂੰ ਮੈਂ ਜਾਨਣਾ ਵਾ। ਇਹ ਦੇਖੋ ਯਾਰ, ਇਹ ਦੇਖੋ ਉਸ ਤੇਰੀ ਭੈਣ ਦੀ ਲੋਲ ਕੁੱਤੇ ਆ ਮਰਜ਼ਈਆ। ਇਹ ਜੁੰਬੇ ਦੀ ਤਾਲੀਮ ਦੇ ਰਹੇ। ਦੇਖਾ ਉਹ ਤੇਰੀ ਮਾਂ ਦੀ ਲੰਨ ਮਰਜ਼ਈਆ ਗਾਲੀ ਮੈਨੂੰ ਦੇ ਰਿਹਾ। ਦੇਖੋ ਉਹਨੇ ਸੱਚੀ ਆ ਕੇ ਗੱਲ ਕਹੀ ਇਸ ਆ ਤੇ ਸੱਚੀ ਭੈਣ ਜਾਂਦੇ ਹੋ ਸਭ ਦੂਜੇ ਨੂੰ ਬੋਲਣ ਕਿਉਂ ਨਹੀਂ ਦਿੰਦੇ ਫਿਰ? ਉਹ ਯਾਰ ਮੈਂ ਪੁੱਛ ਰਿਹਾ ਮਾਜਰਾ ਕੀ ਹੈ? ਕੀ ਮਾਜਰਾ ਮੈਂ ਤੈਨੂੰ ਦੱਸਦਾ ਤੇਰੀ ਮੈਂ ਮਾਂ ਨੂੰ ਜਦੋਂ ਜਵਾਂਗਾ ਨਾ ਤੈਨੂੰ ਮਾਜਰਾ ਸਮਝ ਲੱਗ ਜਾਏ। ਲੋ ਸੱਚੀ ਗੱਲ ਗਈ ਹੈ, ਕੁੱਤੇ ਮਰਜ਼ਈ ਲੱਗ ਗਈ ਹੈ। ਤੂੰ ਮੈਨੂੰ ਹੀ ਗਾਲਾਂ ਦੇ ਕੁੱਤੇ ਮਾਂ ਦੀ ਲੜਨੇ ਕੁੱਤੇ ਮਰਜ਼ਈ। ਨਹੀਂ ਮੈਂ ਤਾਂ ਨਹੀਂ ਗਾਲੀ ਦਊਂਗਾ ਯਾਰ ਤੁਹਾਨੂੰ। ਮੈਂ ਤਾਂ ਨਬੀ ਪਾਕ ਦਾ ਬਦਤਰੀਨ ਮਖਲੂਕ ਦੁਨੀਆ ਦੀ। ਨਹੀਂ ਉਹ ਜਿਹੜੀ ਇਰਫਾਨ ਜੱਟ ਨੇ ਗੱਲ ਸੱਚੀ ਸੁਣਾਈ ਹੈ ਹਕੀਕਤ। ਇਰਫਾਨ ਜੱਟ ਭੈਣ ਚੋਦ ਬੋਲਣ ਨਹੀਂ ਸੀ ਨਾ ਦੇ ਰਿਹਾ ਮੈਨੂੰ। ਤੂੰ ਆਪਣੀ ਜ਼ੁਬਾਨੀ ਸੁਣਾ ਦੇ ਮਾਜਰਾ ਕੀ ਹੈ, ਹੋਇਆ ਕੀ ਹੈ? ਉਹ ਜਿਹੜਾ ਚਾਚੂ ਮੈਂ ਦੱਸਦਾ ਨਾ, ਤੂੰ ਆਪਣੀ ਮਾਂ ਚੁਦਾਣੀ ਬੰਦ ਕਰੇਗਾ ਤੇ ਮੈਂ ਦੱਸਾਂਗਾ। ਉਹ ਮੈਂ ਦੱਸ ਰਿਹਾ ਤੂੰ ਅੱਛੇ ਲਫ਼ਾਜ਼ ਇਸਤੇਮਾਲ ਕਰ। ਤੂੰ ਆਪਣੀ ਭੈਣ ਚੁਦਵਾਣੀ ਬੰਦ ਕਰ ਤੇ ਮੈਂ ਦੱਸਦਾ। ਉਹ ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਜੰਬੇ ਦੀ ਤਾਲੀਮ ਤੂੰ ਆਪਣੀ ਮਰਜ਼ਈਆਂ ਦੀ ਮਾਂ ਚੁਦਵਾਣੀ ਬੰਦ ਕਰ ਤੇ ਮੈਂ ਜੰਬੇ ਦੇ ਮੰਨਣ ਵਾਲਿਆਂ ਦੀ ਪਛਾਣ ਹੈ ਕਿ ਸਾਰੇ ਮਰਜ਼ਈਆਂ ਦੀ ਮੈਂ ਭੈਣ ਜਮਾਂ ਖੜਾਲ ਕੇ। ਇਹ ਦੇਖੋ ਇਹਨੂੰ ਸੱਚੀ ਗੱਲ ਕਹੋ ਨਾ ਕਿਸੇ ਜੰਬੇ ਦੇ ਮੰਨਣ ਵਾਲੇ ਨੂੰ ਅੱਗੋਂ ਗਾਲਾਂ ਦੇਵੇਗਾ। ਉਹ ਭੈਣ ਦੀ ਲੋਲਾ ਨੇ ਚੋਰ ਦੇ ਮੰਨਣ ਵਾਲਿਆ। ਉਹ ਪੈਨਸ਼ਨ ਚੋਰ ਦੇ ਮੰਨਣ ਵਾਲੇ। ਉਹ ਚਾਚੂ ਵਾਲੀ ਗੱਲ ਸੁਣਾਈ ਹੈ ਤੇ ਅੰਮੀ ਵਾਲੀ ਜੱਡੂਆਂ ਦੇ ਤਲਾਬ ਵਿੱਚ ਨਹਾਉਣ ਵਾਲੇ ਦੇ ਮੰਨਣ ਵਾਲੇ ਉਹ ਦੱਸਦਾ ਤੁਹਾਨੂੰ ਮੈਂ। ਇਹ ਚੱਕਰ ਕੀ ਹੈ ਸਾਰਾ? ਇਹ ਮਾਜਰਾ ਕੀ ਹੈ? ਮੈਂ ਚੱਕਰ ਸਾਰਾ ਦੱਸਦਾ। ये क्या हो रहा है? क्या मसला है? ये क्या चल रहा है? याद रखोगे। ਤੂੰ ਉਹਦੀ ਪੂਰੀ ਗੱਲ ਵੀ ਨਹੀਂ ਸੁਣੀ, ਉਹਨੂੰ ਗਾਲਾਂ ਦੇਣਾ ਮੈਂ ਭੈਣ ਨੂੰ ਐਂ ਜੀ ਜਾਵਾਂਗਾ ਤੁਸੀਂ ਯਾਦ ਰੱਖੋਗੇ। ਗਾਲਾਂ ਉਹ ਬੰਦਾ ਦਿੰਦਾ ਹੈ ਜਿਹੜਾ ਝੂਠਾ ਹੈ। ਕੋ ਮਰਜ਼ਈਓ ਪੈਨਸ਼ਨ ਚੋਰ ਨੂੰ ਮੰਨਣ ਵਾਲਿਓ। ਇਹ ਦੇਖੋ ਜਿਹੜਾ ਬੰਦਾ ਝੂਠਾ ਹੋਏ ਉਹ ਗਾਲਾਂ ਦੇਗਾ। ਕਹਿੰਦਾ ਜੰਬਾ ਸਾਹਿਬ ਦਾ ਦਿਲ ਨਹੀਂ ਕਰਦਾ। ਉਹ ਪੈਨਸ਼ਨ ਚੋਰ ਨੂੰ ਮੰਨਣ ਤੇ ਦਿਲ ਕਰਦਾ। ਨਹੀਂ ਇਹ ਉਸ ਦੁੰਬੇ ਦੇ ਪੁੱਤਰ ਜੰਬੇ ਦੀ ਤਾਲੀਮ ਪੇਸ਼ ਕਰ ਰਿਹਾ ਇਸ ਤਰ੍ਹਾਂ ਦੀ ਗਾਲਾਂ ਦੇ। ਉਹ ਕਾਣੇ ਮਰਜ਼ਈ ਕਾਣੇ ਮਿਰਜ਼ੇ ਨੂੰ ਮੰਨਣ ਤੇ ਦਿਲ ਕੀਤਾ ਸੀ। ਨਹੀਂ ਇਹ ਜੁੰਬਾ ਜਿਹੜਾ ਦਾੜੀ ਨਹੀਂ ਜੁੰਬੇ ਨੂੰ ਮੰਨਣ ਤੇ ਦਿਲ ਨਹੀਂ ਕਰਦਾ ਤੇ ਉਹ ਕਾਣੇ ਮਰਜ਼ਈ ਨੂੰ ਮੰਨਿਆ ਸੀ ਨਾ। ਇੱਕ ਜਿਸ ਤਰ੍ਹਾਂ ਉਹ ਜਿਹੜਾ ਡੱਡੂਆਂ ਦੇ ਤਲਾਬ ਵਿੱਚ ਨਹਾਉਂਦਾ ਸੀ ਉਹਨੂੰ ਮੰਨਿਆ ਸੀ ਨਾ।
ਜੁੰਬਾ ਦੀ ਸ਼ਕਲ ਇੰਜ ਏ, ਵੱਲਾ ਉਹਦੀ ਸ਼ਕਲ ਮੁਸਲਮਾਨਾਂ ਦੀ ਨਹੀਂ ਲੱਗਦੀ। ਆਹੋ ਤੇ ਮੁਸਲਮਾਨ ਵੀ ਕਹਿੰਦੇ ਨੇ ਕਿ ਉਹ ਜਿਹੜਾ ਪੈਨਸ਼ਨ ਦੇਖੋ ਉਹਨੇ ਚਿਹਰੇ ਤੇ ਦਾੜੀ ਜਿਹੜੀ ਰੱਖੀ ਹੋਈ ਹੈ, ਜਿਸ ਤਰ੍ਹਾਂ ਵਿਲਨ ਨਹੀਂ ਉਹ ਪੈਨਸ਼ਨ ਚੋਰ ਨੂੰ ਮੰਨਿਆ ਸੀ, ਪੈਨਸ਼ਨ ਇਹ ਚੋਰ ਸੁੱਕਾ ਸਰ, ਇਹ ਮਸੀਹ ਮੌਦ ਤੁਹਾਡਾ ਜੱਬਾ। ਇਸ ਬੰਦੇ ਨੂੰ ਜੱਬਾ ਇਸ ਤਰ੍ਹਾਂ ਦੇ ਬੰਦੇ ਨੂੰ ਤੁਸੀਂ ਮਸੀਹ ਮੌਦ ਮੰਨ ਰਹੇ ਹੋ। ਉਹ ਮਸੀਹ ਮੌਦ ਦਾ ਪੁੱਤਰਾ, ਸ਼ਕਲ ਦੇਖ ਕੇ ਦੁਆ ਉਹਦੇ ਮਿਲਦੀ ਜੁਲਦੀ ਸ਼ਕਲ ਹੈ। ਨਹੀਂ ਜੇ ਤੁਸੀਂ ਇਸ ਤਰ੍ਹਾਂ ਦੇ ਬੰਦੇ ਨੂੰ ਕਹਿ ਰਹੇ ਹੋ ਅੱਲਾਹ ਫਰਿਸ਼ਤਾ ਭੇਜੇਗਾ ਉਹਦੇ ਉੱਤੇ ਵਹੀ ਹੋਏਗੀ, ਇਸ ਤਰ੍ਹਾਂ ਦੇ ਬੰਦੇ ਦੀ ਜਿਹਦੀ ਦਾੜੀ ਜਿਹੜੀ ਹੈ ਸੁਨਨਤ ਦੇ ਮੁਤਾਬਕ ਨਹੀਂ ਹੈ, ਜਿਹਨੂੰ ਨਮਾਜ਼ ਸੁਨਨਤ ਦੇ ਮੁਤਾਬਕ ਨਹੀਂ, ਉਹ ਦਾੜੀ ਤੂੰ ਮੋਢੇ 'ਚ ਲੈਣੀ ਹੈ, ਦਾੜੀ ਮੋਢੇ 'ਚ ਲੈਣੀ ਤੂੰ ਤੇ ਉਹਦੀ ਚਿਹਰੇ ਤੇ ਦਾੜੀ, ਤੂੰ ਭੈਣ ਦਾ ਰਿਸ਼ਤਾ ਦੇਣਾ, ਚਿਹਰੇ ਤੇ ਬਾਲ ਹੈ। ਨਹੀਂ ਅਗਰ ਉਹ ਦਾੜੀ ਰੱਖ ਲਿਆ ਤੇ ਤੂੰ ਭੈਣ ਦਾ, ਮੇਰੀ ਦਾੜੀ ਪੂਰੀ ਹੈ, ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦੇ। ਗੈਰ ਜਗ੍ਹਾ ਜਿੱਥੇ ਗਲਤ ਜਗ੍ਹਾ ਮੇਰੀ ਦਾੜੀ ਪੂਰੀ ਹੈ, ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦੇ। ਤੁਸੀਂ ਇਹਨੂੰ ਮੰਨ ਰਹੇ ਹੋ ਜੀ? ਇਹ ਨਹੀਂ ਮੇਰੀ ਦਾੜੀ ਪੂਰੀ ਹੈ, ਸਬੂਈ ਦਾ ਰਿਸ਼ਤਾ ਮੈਨੂੰ ਦੇ ਦਿਓ। ਇਹ ਜੁੰਬੇ ਦੀ ਤਾਲੀਮ ਪੇਸ਼ ਕਰ। ਮੇਰੀ ਦਾੜੀ ਪੂਰੀ ਹੈ, ਸਬੂਈ ਦਾ ਰਿਸ਼ਤਾ ਮੈਨੂੰ ਦੇ ਦੇ। ਕਿ ਇਰਫਾਨ ਜੱਟ ਨੇ ਤੁਹਾਨੂੰ ਜਿਹੜੀ ਆ ਕੇ ਮੇਰੀ ਦਾੜੀ ਪੂਰੀ ਹੈ, ਮਿਰਜ਼ਾ ਮਸਰੂਰ ਦੀ ਕੁੜੀ ਮੈਨੂੰ ਦੇ ਦਿਓ। ਉੱਤੇ ਤੈਨੂੰ ਗੁੱਸਾ ਕਿਉਂ ਚੜਿਆ? ਮੇਰੀ ਦਾੜੀ ਪੂਰੀ ਹੈ, ਮਿਰਜ਼ਾ ਮਸਰੂਰ ਦੀ ਕੁੜੀ ਮੇਰੇ ਨਾਲ ਵਿਆਹ ਦਿਓ। ਤੂੰ ਗਾਲਾਂ ਕਿਉਂ ਕੱਢੀਆਂ ਨੇ? ਮੈਨੂੰ ਵੀ ਗਾਲਾਂ ਦੇ ਰਿਹਾ। ਮੈਂ ਤੈਨੂੰ ਦੱਸਦਾ ਨਾ, ਤੂੰ ਬੋਲਣ ਦੀ ਨਾ ਦਿੰਦਾ, ਇਸ ਵਾਸਤੇ ਕੱਢ ਪੁੱਛਿਆ ਹੈ ਕਿ ਇਰਫਾਨ ਮੇਰੀ ਦਾੜੀ ਪੂਰੀ ਹੈ, ਮੈਨੂੰ ਗਾਂਡ ਆਪਣੀ ਦੇ। ਉਹਦੇ ਨਾਲ ਫੜਿਆ ਗਿਆ। ਮੇਰੀ ਦਾੜੀ ਪੂਰੀ ਹੈ, ਮੈਨੂੰ ਮਿਰਜ਼ਾ ਮਸਰੂਰ ਦੀ ਗਾਂਡ ਮਾਰਨ ਦਾ ਮੌਕਾ ਦਿਓ। ਇਹ ਦੇਖੋ ਲਵਾਤਤ ਵਾਲੀਆਂ ਗੱਲਾਂ ਕਰ ਰਿਹਾ। ਹਾਂ ਬਿਲਕੁਲ। ਮੈਨੂੰ ਮੇਰੀ ਦਾੜੀ ਪੂਰੀ ਹੈ, ਤੈਨੂੰ ਦਾੜੀ ਚਾਹੀਦੀ ਹੈ ਨਾ, ਤੈਨੂੰ ਦਾੜੀ ਚਾਹੀਦੀ ਹੈ ਨਾ, ਦਾੜੀ ਚਾਹੀਦੀ ਹੈ। ਇਹ ਲਵਾਤਤ ਕਰਾਂਦਾ। ਦਾੜੀ ਪੂਰੀ ਹੈ, ਮਿਰਜ਼ਾ ਮਸਰੂਰ ਦੀ ਗਾਂਡ ਮੈਨੂੰ ਮਾਰਨ ਦਿਓ। ਮਿਰਜ਼ਾ ਮਸਰੂਰ ਦੀ ਮੈਂ ਪੁੱਛ ਰਿਹਾ ਕਿ ਇਰਫਾਨ ਜੱਟ ਨੇ ਜਿਹੜੀ ਉਸ ਗੱਲ ਸੁਣਾਈ ਹੈ, ਇਰਫਾਨ ਜੱਟ ਦੀ ਵੀ ਮਾਂ ਦੀ ਕੁਛ ਤੇ ਤੇਰੀ ਵੀ ਮਾਂ ਦੀ ਕੁਛ, ਉਹ ਦੇਖ ਗਾਲਾਂ ਦੇ ਰਿਹਾ ਸੱਚੀ ਗੱਲ ਦੇ ਉੱਤੇ। ਇਰਫਾਨ ਜੱਟ ਦੀ ਭੈਣ ਦਾ ਫੁੱਦਾ ਦੀ ਜਿਹੜੇ ਬੰਦੇ ਨੂੰ ਸੱਚੀ ਗੱਲ ਕਹੋ ਉਹਦੀ ਬੇਈਮਾਨੀ ਸਾਰੇ ਮਰਜ਼ਈਆਂ ਦੀ ਮਾਂ ਦੀ ਚੂਤ। ਮੈਂ ਤੈਨੂੰ ਗਾਲਾਂ ਦੇ ਰਿਹਾ, ਬਦਲੇ 'ਚ ਕੋਈ ਦੇਖ ਲੈ ਵਾਪਸ। ਤੂੰ ਤੇ ਹੈ ਹੀ ਭੈਣ ਚੋਦ ਹਰਾਮੀ। ਜੱਬੇ ਦੇ ਮੰਨਣ ਵਾਲੇ ਮਰਜ਼ਈਆਂ ਮਾਂ ਦੀ ਲੜ ਲੈਣੇ ਆ। ਉਹ ਮੈਂ ਤੇ ਸਵਾਲ ਪੁੱਛ ਰਿਹਾ ਕਿ ਤੂੰ ਮਰਜ਼ਈਆਂ, ਮੈਂ ਸਵਾਲ ਦਾ ਜਵਾਬ ਦਿੰਦਾ। ਅਕਬਰ ਸਾਹਿਬ ਕੀ ਕਹਿ ਰਹੇ ਨੇ? ਅਕਬਰ ਸਾਹਿਬ ਕਹਿ ਰਹੇ ਨੇ ਤੁਸੀਂ ਮਰਜ਼ਈ ਨਹੀਂ, ਫਿਰ ਇਹਦਾ ਮਤਲਬ ਹੈ ਸਹੀ ਕਹਿ ਰਹੇ ਨੇ ਤੁਹਾਡੇ ਬਾਰੇ ਜੀ। ਇਹ ਵੀ ਤੇ ਤੁਹਾਡੇ ਇਲਜ਼ਾਮ ਲਾ ਰਹੇ ਨੇ ਤੁਸੀਂ ਮਰਜ਼ਈ ਹੋ ਫਿਰ, ਕਿਉਂਕਿ ਉਹ ਵੀ ਮਿਰਜ਼ਾ ਸਾਹਿਬ ਨੂੰ ਮੰਨਦੇ ਨੇ। ਸਵਾਲ ਪੁੱਛ ਰਿਹਾ ਨਾ, ਇਹਦਾ ਕੰਮ ਹੈ ਜਵਾਬ ਦੇਣਾ। ਮੇਰੇ ਕੋਲ ਸਵਾਲ ਪੁੱਛ ਰਿਹਾ ਮਿਰਜ਼ਈ ਹੋ, ਮੈਂ ਕਹਿ ਰਿਹਾ ਨਹੀਂ ਹੈ, ਗੱਲ ਖਤਮ ਹੋ ਗਈ। ਤੇ ਮੈਂ ਤੇਰੇ ਕੋਲ ਸਵਾਲ ਪੁੱਛ ਰਿਹਾ, ਇੱਕ ਗੱਲ ਕਿਉਂ ਦੇ ਰਿਹਾ ਹੈ? ਕਿਉਂਕਿ ਤੂੰ ਚੁੱਪ ਕਰੇਗਾ ਤੇ ਮੈਂ ਸਵਾਲ ਦਾ ਜਵਾਬ ਦੇਣਾ ਨਾ। ਇਹਨੂੰ ਉਹ ਗੱਲ ਆਪਣੀ ਮਾਂ ਦਾ ਕੁਛ ਬੰਦ ਕਰੇਗਾ ਤੇ ਜਵਾਬ ਦੇਵਾਂਗਾ। ਆਪਣੀ ਮਾਂ ਦੀ ਚੂਤ ਦੇ ਉੱਤੇ ਡੱਕਾ ਰੱਖੇਗਾ ਤੇ ਜਵਾਬ ਦੇਵਾਂਗਾ। ਸ਼ਰਮ ਨਹੀਂ ਆਉਂਦੀ ਇਸ ਬੰਦੇ ਨੂੰ? ਸ਼ਰਮ ਆਉਂਦੀ ਹੈ, ਤੂੰ ਆਪਣੀ ਮਾਂ ਦੀ ਚੂਤ ਬੰਦ ਕਰ, ਮੈਂ ਜਵਾਬ ਦਿੰਦਾ। ਇਹ ਦੇਖੋ ਕਿੰਨਾ ਬੇਸ਼ਰਮ ਬੰਦਾ ਹੈ। ਤੂੰ ਆਪਣੀ ਮਾਂ ਦੀ ਚੂਤ ਦੇ ਉੱਤੇ ਡੱਕਾ ਲਾ ਤੇ ਮੈਂ ਜਵਾਬ ਦਿੰਦਾ। ਜੁੰਬੇ ਦੇ ਬੱਚੇ ਜੁੰਬੇ ਦਾ ਨਾਮ ਬਦਨਾਮ ਕਰ ਰਿਹਾ। ਉਹਨੂੰ ਕੁੱਤੀ ਦੇ ਆ ਬੱਚਿਆ, ਤੂੰ ਜੁੰਬੇ ਨੂੰ ਅਗਰ ਤੈਨੂੰ ਜੁੰਬਾ ਪਸੰਦ ਨਹੀਂ ਤੇ ਮੇਰੀ ਦਾੜੀ ਪੂਰੀ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦੇ। ਨਬੀ ਪਾਕ ਦਾ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦੇ। ਮੰਨਣ ਵਾਲਾ ਵਾ ਤੇ ਮੈਂ ਤੁਸੀਂ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦਿਓ ਅਗਰ ਤੁਹਾਨੂੰ ਦਾੜੀ ਪਸੰਦ ਦੇ ਰਿਹਾ। ਅਗਰ ਮੈਂ ਜੁੰਬੇ ਨੂੰ ਮੰਨ ਰਿਹਾ ਹੁੰਦਾ ਤਾਂ ਮੈਂ ਇਸ ਲਈ ਆਪਣੀ ਭੈਣ ਦਾ ਰਿਸ਼ਤਾ ਦੇ ਦਿਓ। ਮੈਂ ਨਬੀ ਪਾਕ ਦਾ ਉਮਤੀ ਮੇਰੀ ਦਾੜੀ ਪੂਰੀ ਆਪਣੀ ਭੈਣ ਦਾ ਰਿਸ਼ਤਾ ਮੈਨੂੰ ਦੇ ਦਿਓ। ਦੀ ਤਾਲੀਮ ਨਹੀਂ ਹੈ ਕਿ ਗਾਲਾਂ ਦਵੋ ਕਿਸੇ ਨੂੰ। ਅੱਛਾ ਉਹ ਪੈਨਸ਼ਨ ਚੋਰ ਨੂੰ ਮੰਨ ਲੈਂਦੇ ਨੇ? ਵਰਨਾ ਮੈਨੂੰ ਇਹਦੇ ਤੂੰ 1000 ਗੁਣਾ ਮਰਜ਼ੀਆਂ ਨੂੰ ਭੈਣ ਵੇਖਣ ਨੂੰ ਪੁੱਛ ਕੇ ਪੈਨਸ਼ਨ ਚੋਰ ਨੂੰ ਮੰਨ ਲਿਆ ਤੇ ਜੱਬਾ ਸਾਹਿਬ ਨੂੰ ਪੈਰ ਦੇ ਥੱਲੇ ਦਬਾ ਕੇ ਰੱਖਾਂ, ਮੈਂ ਇਹਦੀ ਗਰਦਨ ਤੇ ਪੈਰ ਰੱਖ ਲਿਆ। ਇਹ ਭੈਣ ਦੀ ਕੁਛ ਖਾਣਾ ਮਰਜ਼ੀਆਂ ਦਾ ਏਜੰਟ, ਇਹ ਮਰਜ਼ੀਆਂ ਦਾ ਏਜੰਟ ਭੈਣ ਦੀ ਲੁੱਲ ਲੈਣਾ। हमारे प्यारे नबी सल्लल्लाहु अलैहि वसल्लम कितनी प्यारी तेरी मां की लुल होने के नाते इसको गाली नहीं दे रहा। तेरी भैन दी देखो नबी पाक ने उम्मतियां दी शान देखो कि गाली नहीं दे रहा। मरज़ैया ਇਹ ਦੇਖੋ ਲਾਨਤ ਉਸ ਸ਼ਖਸ ਦੇ ਉੱਤੇ ਜਿਹਨੇ ਇਹਨੂੰ ਗਾਲਾਂ ਸਿਖਾਈਆਂ ਨੇ। ਜਿਹਨੇ ਮਿਰਜ਼ਾ ਮਸਰੂਰ, ਮਿਰਜ਼ਾ ਮਹਿਮੂਦ, ਮਿਰਜ਼ਾ ਤਾਹਿਰ, ਮਿਰਜ਼ਾ ਨਾਸਰ ਤੇ ਲਾਨਤ ਦੇਖੋ ਇਹ ਇਹਦੇ ਮਿਰਜ਼ਾ ਮਹਿਮੂਦ ਤੋਂ ਲੈ ਕੇ ਮਿਰਜ਼ਾ ਨੂੰ ਗਾਲਾਂ ਸਿਖਾਈਆਂ ਨੇ। ਲਾਨਤ ਸਾਰਿਆਂ ਤੇ ਮਰਜ਼ੀਆਂ ਦੇ ਉੱਤੇ ਲਾਨਤ ਅੱਲਾ ਦੀ। ਮੈਂ ਤੇ ਨਬੀ ਪਾਕ ਨੂੰ ਮੰਨਦਾ, ਇਸ ਵਾਸਤੇ ਇਹਨੂੰ ਗਾਲਾਂ ਨਹੀਂ ਦੇ ਰਿਹਾ। ਨਹੀਂ ਕੋਈ ਮਰਜ਼ਈ ਨਬੀ ਪਾਕ ਨੂੰ ਨਹੀਂ ਮੰਨਦਾ। ਕੋਈ ਮਰਜ਼ਈ ਨਬੀ ਪਾਕ ਨੂੰ ਆ ਕੇ ਇੱਕ ਬੰਦਾ ਸਵਾਲ ਪੁੱਛਦਾ ਹੈ ਕਿ ਚਾਚੂ ਨੇ ਦਾੜੀ ਵਾਲੇ ਪਸੰਦ ਨੇ ਨਾ, ਅਮਲ ਕੀ ਮਾਜਰਾ ਹੈ? ਮੇਰੀ ਵੀ ਦਾੜੀ ਹੈ, ਆਪਣੀ ਭੈਣ ਦੇ ਸਾਨੂੰ ਦੇ ਦਿਓ। ਮਤਲਬ ਹੈ ਜਵਾਬ ਦੇਣ ਦੇ ਬਜਾਏ ਗਾਲਾਂ ਦੇ ਰਿਹਾ। ਮੈਂ ਇਹਦੇ ਕੋਲ
ਨਾ ਮੈਂ ਇਹਦੇ ਕੋਲ ਸਿਰਫ ਪੁੱਛ ਰਿਹਾ ਤੇ ਇਹਦਾ ਕੰਮ ਉੱਥੇ ਚੁੱਪ ਆਪਣੀ ਭੈਣ ਦੇ ਫੁੱਦੇ ਉੱਤੇ ਡੱਕਾ ਲਾਏਗਾ ਤੇ ਜਵਾਬ ਦਿਆ ਇਹ ਗਾਲਾਂ ਦੇਣਾ ਪਿਆ ਉਹਨੂੰ ਵੀ ਗਾਲਾਂ ਦਿੱਤੀਆਂ ਨੇ ਆਪਣੀ ਆ ਬੇਸ਼ਰਮ ਇਨਸਾਨ ਹੈ ਤੇਰੀ ਮਾਂ ਨੂੰ ਲੁੱਲ ਮਾਰਾਂ ਤਾਂ ਚੁੱਪ ਕਰੇਗਾ ਤੇ ਜਵਾਬ ਦਾਂਗਾ ਮੈਂ ਤੈਨੂੰ ਕਿਹਾ ਸੀ ਮੈਨੂੰ ਗਾਲਾਂ ਦੇਗਾ ਤਾਂ ਮੈਂ ਬਦਲੇ 'ਚ ਗਾਲਾਂ ਨਹੀਂ ਦੇਗਾ ਦੇਖ ਬੰਦੇ ਸੁਣ ਰਹੇ 45 55 ਬੰਦੇ सुन रहे मैं तेन अपनी मां चुदानी बंद करेगा तो मैं जवाब देंगा इसके बेटे ने देख लिया कि वो शलाफ सिमर के अंदर इसकी मां पकड़ी गई है चाचे के साथ और शलाफ सिमर के अंदर सुपुई की मां चुद गई शलाफ सिमर के अंदर तुम्हारी प्रगतियों की मां चुद गई से बाहर रहता था और इसकी बीवी बहुत खूबसूरत थी तो इसका जो भाई था वो उसके ऊपर आशिक हो गया तो वो उसके मर्दियों की मां की लानत आज मैंने वाड़ दिया मर्दियों की मां मैंने आज जोड़े मैंने समझ नहीं आ रही और यार देख लिया अपनी मां को मर्दियों की मां मिर्जा चाचे के साथ और फिर इसने उसको छुरियां मार दी और इसने जेल में काटी तो ये बताए कि इसकी बीवी अपने देवर के साथ ज़िना क्यों करती थी और इसके बेटे ने उसे देख लिया और ये अपनी बीवी को अपने भाई के पास पेश करता था और ये घर से बाहर रहता था और इसके बेटे ने देख लिया और मेरे बेटे ने इनकी मां छोड़ दी मेरे बेटे ने को इसका भाई चोदता और था मैंने इनकी सबूई की मां छोड़ दी मतलब के हमला दिखा गई थी और इसको गुस्सा हो गया था मेरी दाढ़ी है और इसको फिर ये घर में आता था तो मेरा भाई नहीं है बीवी को मारता था उसके साथ जना करती थी चंदवाती थी इसके बेटे ने देख लिया और ये फिर गुस्से में आ गया मामला इसका और ये इसकी बीवी इसके भाई चंगा ठोका ठोकी मिर्जा महमूद यार गल सुनो यार सारे चुप हो जाओ एक संजीदा गल मजलो छोड़ो अच्छा अकबर खान साहब ਜਿਹੜੇ डीएनए करा लो हो सकता ਤੁਹਾਡੇ ਭਾਈ ਚ ਵੀ ਕੋਈ ਹੋਏ तो ਉਹ ਬੱਚਾ ਭਾਈ ਨੂੰ ਦੇ ਆਪਣੀ ਮਾਂ ਚੁਦਾ ਲੈ ਮੇਰੇ ਕੋਲੋਂ यार मैं ਤੁਹਾਨੂੰ अच्छा साहब की दाढ़ी नहीं पसंद मेरी दाढ़ी है तू मन्नो अपने घर ले जा नहीं मैं कह रहा ਮੈਨੂੰ ਹੁਣ ਸਮਝ ਆਈ ਏ ਕਿ ਤੁਹਾਡੇ ਬੇਟੇ ਨੇ ਦੇਖ ਲਿਆ ਕਿ ਤੁਹਾਡਾ ਛੋਟਾ ਭਾਈ ਤੁਹਾਡੀ ਬੀਵੀ ਦੇ ਨਾਲ ਨਜਾਇਜ਼ ਤਲਕਾਤ ਅੱਛਾ ਇਸ ਭੈਣ ਚੋਦ ਨੂੰ ਹੁਣ ਸਮਝ ਆਈ ਮਰਜ਼ਈਆਂ ਦੀ ਗੱਲ ਸੁਣ ਕੇ ਇਸ ਭੈਣ ਚੋਦ ਮਰਜ਼ਈ ਨੂੰ ਮੈਨੂੰ ਸਮਝ ਆਈ ਏ ਅੱਛਾ ਘਰ ਵਿੱਚ ਹੀ ਮਤਲਬ ਹੈ ਕਿ ਇਹ ਤੁਹਾਡੀ ਬੀਵੀ ਇਸ ਮਾਂ ਦੀ ਲੱਲੜ ਮਰਜ਼ਈ ਨੂੰ ਦੂਸਰੇ ਮਾਂ ਦੀ ਲੱਲੜ ਬੇਟੇ ਨੇ ਦੇਖ ਲਿਆ ਸਮਝ ਆਈ ਹੋ ਇਸ ਗੱਲ ਤੇ ਤੁਹਾਨੂੰ ਅੱਗ ਬੋਲਾ ਮਰਜ਼ਈ ਨੂੰ ਮਰਜ਼ਈਆਂ ਦੀ ਗੱਲ ਬੜੀ ਸਮਝ ਆਉਂਦੀ ਏ ਯਾਰ ਤੁਹਾਨੂੰ ਚਾਹੀਦਾ ਸੀ ਕਹਿਣਾ ਕਿ ਚੋਦ ਮਰਜ਼ਈ ਨੂੰ ਮਰਜ਼ਈਆਂ ਦੀ ਗੱਲ ਬਹੁਤ ਸਮਝ ਆਉਂਦੀ ਏ ਮੇਰਾ ਸਵਾਲ ਇਹ ਕਿ ਜਦੋਂ ਤੁਹਾਨੂੰ ਇਹ ਗੱਲ ਕਿ ਮਾਂ ਦੀ ਲੱਲ ਮਾਰਾਂ ਗਿੱਲੇ ਤਿਤਰਾ ਉਹ ਗਿੱਲੇ ਤਿਤਰਾ ਤੇਰੀ ਭੈਣ ਨੂੰ ਜਮਾ ਤੈਨੂੰ ਮਰਜ਼ਈਆਂ ਦੀ ਗੱਲ ਸੁਣ ਕੇ ਸਮਝ ਆਉਂਦੀ ਏ ਮੈਂ ਵੀ ਕਹਾਂ ਇਹਨੂੰ ਮੇਰੀ ਗੱਲ ਨਹੀਂ ਅੱਛਾ ਤੈਨੂੰ ਦਾੜੀ ਵਾਲਾ ਚਾਹੀਦਾ ਮੇਰੀ ਦਾੜੀ ਲੈ ਜਾ ਮੈਂ ਤੇਰੀ ਭੈਣ ਨੂੰ ਐਂ ਜਮਾ ਨਾ ਯਾਦ ਰੱਖੀ ਗਾਲਾਂ ਕਿਉਂ ਦੇ ਰਿਹਾ ਹੈ ਇਤਨੀ ਦੇਰ ਦਾ ਮੈਨੂੰ ਹੁਣ ਸਮਝ ਆਈ ਹੈ ਕਿ ਦਾੜੀ ਵਾਲਾ ਚਾਹੀਦਾ ਭਾਈ ਨੇ ਤੈਨੂੰ ਦਾੜੀ ਵਾਲਾ ਚਾਹੀਦਾ ਮੈਂ ਦਾੜੀ ਰੱਖੀ ਏ ਇਹਦੇ ਛੋਟੇ ਬੇਟੇ ਨੇ ਦੇਖ ਲਿਆ ਉਹਨੇ ਇਹਨੂੰ ਆ ਕੇ ਦੱਸਿਆ ਅਕਬਰ ਖਾਨ ਨੂੰ ਕਿ ਚਾਚੀ ਇਹਦੀ ਬੀਵੀ ਦੇ ਨਾਲ ਕੰਮ ਪਾ ਰਿਹਾ ਸੀ ਇਹ ਗੱਲ ਤੁਹਾਡੇ ਮਰਜ਼ਈਆਂ ਦੇ ਉੱਤੇ ਲਾਣਾ ਤੁਹਾਡੇ ਇਹਦੇ ਅੱਗ ਬਗੋਲਾ ਹੋਣ ਵਾਲੀ ਕੀ ਗੱਲ ਏ ਤੂੰ ਮਰਜ਼ਈਆਂ ਦੇ ਸ਼ੈਤਾਨ ਹੈਵੀ ਸੀ ਉਹਦੇ ਛੋਟੇ ਭਾਈ ਦੇ ਉੱਤੇ ਸ਼ੈਤਾਨ ਹੈਵੀ मिर्जा साहब की तालीम पेश करो मिर्जा साहब की तालीम पेश करो पर्सनल ਮਰਜ਼ਈਆਂ ਦੇ ਉੱਤੇ ਲਾਨਤ ਅੱਲਾ ਦੀ ਇਹ ਦੇਖੋ ਜੰਬਾ ਦੀ ਤਾਲੀਮ ਪੇਸ਼ ਕਰ ਰਿਹਾ ਚਿੱਕ ਤੇ ਗਾਲਾਂ ਦੇ ਰਿਹਾ ਅੱਛਾ ਇਹਦਾ ਆਪਣੀ ਬੀਵੀ ਦੇ ਆਪਣੇ ਭਾਈ ਦੇ ਨਾਲ ਹੋਣ ਦੇ ਬਾਵਜੂਦ ਕਹਿ ਰਿਹਾ ਕੋਈ ਗੱਲ ਨਹੀਂ ਸ਼ੈਤਾਨ ਹੈਵੀ ਹੋ ਗਿਆ ਉਹ ਜਿਹੜੀ ਅਮਨ ਨਜ਼ੀਰ ਨੇ ਨਹੀਂ ਸੀ ਗੱਲ ਕਹੀ ਕਿ ਜੀ ਬੁਰਾਈਆਂ ਤੇ ਹਰ ਜਗ੍ਹਾ ਪਾਈਆਂ ਜਾਂਦੀਆਂ ਨੇ ਤੇ ਕਹਿੰਦਾ ਬੁਰਾਈ ਤੇ ਹਰ ਜਗ੍ਹਾ ਹੁੰਦੀ ਹੈ ਅਗਰ ਇਹਦੇ ਛੋਟੇ ਭਾਈ ਨੇ ਇਹਦੀ ਬੀਵੀ ਨਾਲ ਕੰਮ ਪਾ ਲਿਆ ਇਹਦੇ ਛੋਟੇ ਬੇਟੇ ਨੇ ਦੇਖ ਲਿਆ ਤੇ ਇਹਦੇ ਚ ਕੀ ਹਰਜ ਹੈ ਕਹਿੰਦਾ ਘਰ ਦੀ ਗੱਲ ਸੀ ਘਰ ਦੀ ਖੇਤੀ ਏ ਤੇ ਘਰ ਦੀ ਗੱਲ ਘਰ ਦੀ ਇੱਜ਼ਤ ਘਰ ਚ ਹੀ ਰਹੀ ਏ ਆਹੋ ਨਿਦਾ ਦੀ ਇਸ ਗੱਲ ਦੇ ਉੱਤੇ ਇਹਨੂੰ ਇੰਨਾ ਗੁੱਸਾ ਚੜਿਆ ਕਿ ਇਹਨੇ ਕੋਈ ਮੇਰੇ ਘੱਟ ਤੋਂ ਘੱਟ 20 ਗਾਲਾਂ ਦੇ ਮੈਨੂੰ ਦਿੱਤੀਆਂ ਨੇ ਸਬੂਈ ਨਿਦਾ ਸਬੂਈ ਨਿਦਾ ਸ਼ੁਕਰੀ ਇਸ ਤਰ੍ਹਾਂ ਦੀ ਗੱਲ ਏ ਤੂੰ ਕਹਿ ਦੇ ਯਾਰ ਇਹ ਗੱਲ ਨਹੀਂ ਏ ਝੂਠੀ ਏ ਯਾਰ ਮਰੀਮ ਮਿਰਜ਼ਾ ਤਾਹਿਰ ਦੀ ਮਾਂ ਮਰੀਮ ਯਾਰ ਤੂੰ ਕਹਿ ਲੈ ਕਿ ਤੂੰ ਦਯੂਸ ਹੈ ਸ਼ੁਕਰੀ ਇਹਨਾਂ ਗੱਲਾਂ ਨਾਲ ਕੋਈ ਹਰਜ ਹੀ ਨਹੀਂ ਹੈ ਨਾਸਰਾ ਬੇਗਮ ਨਹੀਂ ਤੂੰ ਇੰਜ ਕਹਿ ਲੈ ਨਾ
ਗੱਲ ਹੈ ਨਾ ਜ਼ਿਆਦਾ ਮੈਂ ਦੇਖ ਤੂੰ ਮੈਨੂੰ ਕਿੰਨੀਆਂ ਗਾਲਾਂ ਦਿੱਤੀਆਂ ਨੇ ਮੈਂ ਤੇਰੀ ਇੱਕ ਗੱਲ ਦਾ ਜਵਾਬ ਨਹੀਂ ਦਿੱਤਾ ਉਹ ਤੁਹਾਡੀਆਂ ਤਾਂ ਸਾਰੀਆਂ ਨੰਗੀਆਂ ਹੋ ਕੇ ਬਾਹਰ ਆਈਆਂ ਨੇ ਇਹ ਹੁੰਦੀ ਏ ਸੱਚੇ ਮੁਸਲਮਾਨ ਦੀ ਤੇ ਸਾਰੀਆਂ ਨੰਗੀਆਂ ਇਹ ਹੋ ਕੇ ਹੁੰਦੀ ਬਾਹਰ ਏ ਨਬੀ ਪਾਕ ਦੇ ਉਮਤੀ ਦੀ ਨਿਸ਼ਾਨੀ ਕਿ ਬੁਰਾਈ ਦਾ ਬਦਲਾ ਬੁਰਾਈ ਨਹੀਂ ਦੇ ਰਿਹਾ ਤੁਹਾਨੂੰ ਕਿਹੜੇ ਨਬੀ ਪਾਕ ਦੇ ਤੁਸੀਂ ਤੇ ਮਿਰਜ਼ਾ ਮਹਿਮੂਦ ਦੇ ਤੇਰੇ ਬੁਰਾਈ ਦਾ ਬਦਲਾ ਤੈਨੂੰ ਬੁਰਾਈ ਚ ਨਹੀਂ ਦੇ ਰਿਹਾ ਇਹ ਨਬੀ ਪਾਕ ਦੀ ਉਮਤੀ ਦੀ ਨਿਸ਼ਾਨੀ ਹੈ ਤੂੰ ਜੁੱਬਾ ਨੂੰ ਆਪਣਾ ਪਤਾ ਨਹੀਂ ਕੀ ਮੰਨਦਾ ਹੈ ਤੇ ਦੇ ਗਾਲਾਂ ਦੇ ਰਿਹਾ ਹੈ ਮਿਰਜ਼ਾ ਮਹਿਮੂਦ ਦੇ ਉਮਤੀ ਹੋ ਤੁਸੀਂ ਨਬੀ ਪਾਕ ਨੂੰ ਨਾ ਵਿੱਚ ਲਿਆਓ ਮਿਰਜ਼ਾ ਬਸ਼ੀਰਉদ্দিন ਮਹਿਮੂਦ ਦੀ ਗੱਲ ਕਰੋ ਜੇ ਕਰਨੀ ਜੇ ਤੇ ਮਿਰਜ਼ਾ ਬਸ਼ੀਰਉদ্দিন ਮਹਿਮੂਦ ਦੇ ਉਮਤੀ ਨੇ ਉਹਨੇ ਆਪਣੀ ਬੱਚੀ ਨਾਲ ਗੁਨਾਹ ਕੀਤਾ ਸੀ ਮੈਂ ਹਵਾਲਾ ਦੇਣਾ ਯਾਰ ਤੁਹਾਨੀ ਸ਼ਿਕਾਇਤ ਹਕੀਮ ਨੂਰਉদ্দিন ਨਹੀਂ ਤਾਂ ਇਹ ਜਿਹੜੇ ਵਾਈਫ ਨਾਲ ਜਿਹੜਾ ਕੰਮ ਪਿਆ ਹੋਵੇ ਇਹਦੇ ਛੋਟੇ ਭਾਈ ਨੇ ਪਾਇਆ ਤੇ ਇਹਦੇ ਬੱਚੇ ਨੇ ਦੇਖ ਲਿਆ ਕਿ ਚਾਚੂ ਦੀ ਵਾਈਫ ਨਾਲ ਤੈਨੂੰ ਦਾੜੀ ਦੱਸ ਰਿਹਾ ਤੈਨੂੰ ਦਾੜੀ ਕਿ ਚਾਚੂ ਨੇ ਇਹਦੀ ਵਾਈਫ ਦਾ ਕੰਮ ਪਾਇਆ ਭੈਣ ਨੂੰ ਜਾਵਾਂਗਾ ਇਸ ਦਾ ਕੀ ਕਰੋਗੇ ਮੇਰੀ ਦਾੜੀ ਦੇਖੋ ਹੈ ਨਬੀ ਪਾਕ ਦੇ ਉਮਤੀ ਦੀ ਸ਼ਾਨ ਦੇਖੋ ਕਿ ਬੁਰਾਈ ਦਾ ਬਦਲਾ ਬੁਰਾਈ ਚ ਨਹੀਂ ਦੇ ਰਿਹਾ ਗਾਲੀ ਬਦਲਾ ਗਾਲੀ ਚ ਨਹੀਂ ਦੇ ਰਿਹਾ ਮੰਨ ਲਿਆ ਜੇ ਤੇ ਜੰਬਾ ਸਾਹਿਬ ਨੂੰ ਮੰਨਣ ਦੇ ਇਤਰਾਜ਼ ਉਹ ਪੈਨਸ਼ਨ ਚੋਰ ਨੂੰ ਮੰਨ ਲਿਆ ਹਵਾਲਾ ਯਾਰ ਇਹ ਦੇਖੋ ਬੁੱਢਾ ਹੋ ਗਿਆ ਇਹਦੀ ਦੇਖੋ ਉਮਰ ਦੇਖੋ ਤੇ ਗਾਲਾਂ ਦੇ ਰਿਹਾ ਮਿਰਜ਼ਾ ਬਸ਼ੀਰਉদ্দিন ਇਹ ਜਿਹੜਾ ਬੰਦਾ ਗਾਲਾਂ ਦਿੰਦਾ ਹੈ ਨਾ ਇਹ ਨਿਸ਼ਾਨੀ ਹੁੰਦੀ ਹੈ ਦਯੂਸ ਦੀ ਨਾਲ ਲੈ ਗਏ ਸਨ ਦਯੂਸ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹ ਗਾਲੀ ਦਿੰਦਾ ਹਰ ਗੱਲ ਤੇ ਬਦਲੇ ਗਾਲੀ ਦੇਗਾ 20 ਬਾਰ ਗਾਲੀ ਦੇਗਾ ਦਯੂਸ ਬੰਦੇ ਦੀ ਨਿਸ਼ਾਨੀ ਹੈ ਉਹ ਆਹੋ ਤੁਹਾਡੀ ਭੈਣ ਨੂੰ ਇੰਜ ਹੀ ਜਾਣਾ ਇਸ ਵਾਸਤੇ ਮੈਂ ਕਹਿ ਰਿਹਾ ਇਰਫਾਨ ਜੱਟ ਨੇ ਜਿਹੜੀ ਗੱਲ ਕਹੀ ਹੈ ਨਾ ਤੇ ਇਤਰਾਜ਼ ਬਹੁਤ ਹੈ ਨਾ ਇਹਦੇ ਬੇਟੇ ਨੇ ਦੇਖ ਲਿਆ ਕਿ ਇਹਦਾ ਛੋਟਾ ਭਾਈ ਅਕਬਰ ਖਾਨ ਦਾ ਛੋਟਾ ਯਾਨੀ ਦਾੜੀ ਹੈ ਨਾ ਸਾਰੇ ਭੈਣ ਯੱਕ ਨੇ ਸਾਰੇ ਇਹਦੇ ਤੂੰ ਗਾਲੀ ਕਿਉਂ ਦੇ ਰਿਹਾ ਹੈ ਨਹੀਂ ਉਹਨੇ ਸਵਾਲ ਪੁੱਛਿਆ ਖਲੀਫਾ ਖੁਦਾ ਨੇ ਬਣਾ ਦਿਆ ਉਹ ਮੇਰਾ ਪਰਸਨਲ ਮਾਮਲਾ ਹੈ ਖੁਦਾ ਰੱਖਿਆ ਜੇ ਤੂੰ ਕਹਿ ਘਰ ਦਾ ਮਾਮਲਾ ਹੈ ਤੂੰ ਕਹਿ ਮੈਂ ਜਾਣੀ ਮੇਰੀ ਬੀਵੀ ਜਾਣੀ ਮੇਰੇ ਛੋਟੇ ਬੱਚੇ ਜਾਣੀ ਭੈਣ ਦੀ ਤੂੰ ਮੈਨੂੰ ਕਿਉਂ ਗਾਲਾਂ ਦਿੱਤੀਆਂ ਨੇ ਮੈਨੂੰ ਇਹ ਦੱਸ ਕਿਉਂਕਿ ਤੂੰ ਹੀ ਭੈਣ ਦੀ ਮਰਜ਼ਾਈ ਹੈ ਨਹੀਂ ਅੱਛਾ ਮਰਜ਼ਾਈ ਹੋ ਬੰਦਾ ਤਾਂ ਉਹਨੂੰ ਗਾਲਾਂ ਦੇਈਆਂ ਨੇ ਇਹ ਜੰਮਾ ਮਰਜ਼ਾਈਆਂ ਦੀ ਭੈਣ ਨੂੰ ਲਾਨਤ ਮਰਜ਼ਾਈਆਂ ਦੇ ਉੱਤੇ ਲਾਨਤ ਖੁਦਾ ਦੀ ਦਿਨ ਰਾਤ ਗੱਲ ਤੇ ਕਰਨ ਦੇ ਯਾਰ ਜਾਲੀ ਖਲੀਫਿਆਂ ਦੇ ਮੂੰਹ ਦੇ ਉੱਤੇ ਲਾਨਤ ਥੁੱਕਣਾ ਉਹ ਖਲੋ ਯਾਰ ਤੂੰ ਤੇਰੀ ਬੁੱਢੀ ਫੜੀ ਗਈ ਤੇ ਕਿਹੜੀ ਗੱਲ ਹੋ ਗਈ ਚੁੱਪ ਕਰ ਜਾ ਲਈ ਅਕਬਰ ਵਾਲਾ ਹੀ ਬਣਾਇਆ ਤੇਰੀ ਮਾਂ ਵੀ ਫੜੀ ਗਈ ਹੈ ਉਹ ਸਿਮੋਈ ਵੀ ਫੜੀ ਗਈ ਹੈ ਉਹ ਜਿੰਦਾ ਵੀ ਫੜੀ ਗਈ ਹੈ ਫੈਜ਼ਲ ਆਪ ਸਾਹਿਬ ਮੈਨੂੰ ਪੁੱਛੋ ਸੂ ਸਾਰੇ ਫਤਾਵਾ ਰਿਜ਼ਲਾ ਚ ਲਿਖਿਆ ਜਾਂਦਾ ਹੈ ਅਹਿਮਦ ਰਜ਼ਾ ਬਰੇਲਵੀ ਸਾਹਿਬ ਲਿਖਦੇ ਨੇ ਕਿ ਆਮਰ ਰਜ਼ੀਰ ਬਲਦੋ ਗੁਨਾਹ ਹੈ ਹਰਾਮਜ਼ਾਦਾ ਹੈ ਗਲੀ ਦਾ ਅਹਿਮਦ ਰਜ਼ਾ ਬਰੇਲਵੀ ਲਿਖਦੇ ਆਪਣੀ ਕਿਤਾਬ ਚ ਹਬੀਬੁੱਲਾ ਸਾਹਿਬ ਤੁਸੀਂ ਵੀ ਕੁਝ ਕਰਨਾ ਹੈ ਮੁਫਤੀ ਮੋਚੀ ਫੜਿਆ ਗਿਆ ਸੀ ਇੱਕ ਬੱਚਾ ਮਰਬੀ ਬੜਾ ਸ਼ੁਕਰੀਆ ਮਸਰੂਰ ਕੁੱਤਾ ਵੇਖ ਉਹ ਜੱਟ ਨਾਮ ਮਸਰੂਰ ਉਹ ਜੱਟ ਨਾਮ ਮਸਰੂਰ ਸੂਰੇ ਪੈਸੇ ਦਿਓ ਲਜਣਾ ਵੀ ਦਿਓ ਜਰਾ ਮੋਨੀਟਰ ਬਣਾ ਜ਼ਰਾ ਮਨੂੰ ਸ਼ਾਹ ਸ਼ੂਟਰ ਆਵਾਜ਼ ਆ ਰਹੀ ਤੈਨੂੰ ਮੋਨੀਟਰ ਬਣਾ ਜ਼ਰਾ ਇੱਕ ਮਿੰਟ ਆਮਰ ਨਜ਼ੀਰ ਸਾਹਿਬ ਨੇ ਖੁਦਾ ਦੀ ਕਸਮ ਖਾ ਕੇ ਮੁਅੱਕਦ ਬਾਜ਼ਾਬ ਕਸਮ ਖਾ ਕੇ ਕਹਿੰਦਾ ਕਿ ਜਿੰਨੀ ਬੌਂਡ ਰਵੇ ਦੇ ਵਿੱਚ ਵੱਜਦੀ ਹੈ ਨਾ ਉਨੀ ਪਾਕਿਸਤਾਨ ਚ ਕਿਤੇ ਨਹੀਂ ਵੱਜਦੀ ਉਹ ਪਿਸ਼ਾਵਰ ਵਾਲ ਵੀ ਨਹੀਂ ਵੱਜਦੀ ਹੋਣੀ ਜਿੰਨਾ ਭੈਣ ਚੋਦ ਗਾਂਡੂ ਰਵੇ ਦੇ ਵਿੱਚੋਂ ਨਿਕਲਦਾ ਵੇ ਨਾ ਇਹ ਸਾਰੇ ਮਰਜ਼ਾਈ ਗਾਂਡੂ ਜੇ ਖੁਦਾ ਦੀ ਕਸਮ ਖਾ ਕੇ ਕਹਿੰਦਾ ਮੈਂ ਕਿਉਂ ਤੂੰ ਸਰਵੇ ਕੀਤਾ ਵੇ ਕਿ ਕਿਹੜਾ ਕਿੱਥੇ ਕੀ ਕਰਦਾ ਇਹ ਵੀ ਸਾਰੇ ਚੋਦਾਂ ਗਾਂਡੂਆਂ ਚੋਂ ਨਿਕਲਿਆ ਜੇ ਇਹ ਤੂੰ ਸਰਵੇ ਕਰਦਾ ਜੇ दुनिया के किनारों तक तालीम दो यार तालीम दो दुनिया के किनारों तक पहुंच चुकी है हमारे तक नहीं आई हमें भी दो ਅੱਛਾ ਮੈਂ ਇਹ ਸਵਾਲ ਪੁੱਛ ਰਿਹਾ ਕਿ ਅਕਬਰ ਖਾਨ ਕੋਲੋਂ ਇੱਕ ਸਵਾਲ ਪੁੱਛਿਆ ਗਿਆ ਇਹਨੇ ਅੱਗੋਂ ਗਾਲਾਂ ਕਿਉਂ ਕੱਢੀਆਂ ਨੇ ਤੇ ਮੈਨੂੰ ਕਿਉਂ ਗਾਲਾਂ ਕੱਢੀਆਂ ਨੇ ਇਹ ਸਵਾਲ ਹੈ ਸਿਰਫ ਮੇਰਾ ਇਹਦੇ ਦੇਖੋ ਕੀ ਗਲਤ ਗੱਲ ਹੈ ਇਸ ਤਰ੍ਹਾਂ ਦਾ ਸਵਾਲ ਨਹੀਂ ਬੰਦਾ ਪੁੱਛ ਸਕਦਾ ਕਿ ਇੱਕ ਬੰਦਾ ਗਾਲਾਂ ਦੇ ਰਿਹਾ ਤੇ ਦੂਸਰਾ ਜਿਹਨੂੰ ਗਾਲਾਂ ਪੈ ਰਹੀਆਂ ਨੇ ਕਿਹਾ ਉਹ ਇਹ ਵੀ ਨਹੀਂ ਅੱਖ ਰੱਖਦਾ ਕਿ ਅਗਲੇ ਕੋਲ ਪੁੱਛੇ ਭਾਈ ਮੈਨੂੰ ਗਾਲਾਂ ਕਿਉਂ ਦੇ ਰਹੇ ਅੱਛਾ ਅਮਰ ਨਜ਼ੀਰ ਸਾਰੇ ਬੰਦੇ ਅਕਬਰ ਕੋਲ ਸਾਹਿਬ ਮੈਂ ਨਾ ਮੈਨੂੰ ਕਿਉਂ ਗਾਲਾਂ ਦਿੰਦੇ ਨੇ ਮੈਂ ਹਸਪਤਾਲ ਚ ਅਕਬਰ ਖਾਨ ਨੂੰ ਕੋ ਇੱਕ ਸਵਾਲ ਇਹਦੀ ਬੁੱਢੀ ਦੀ ਕਿੰਨੀ ਵਾਰੀ ਵੱਜੀ ਹੈ ਇਹਦੇ ਭਰਾ ਨੇ ਕਿੰਨੀ ਵਾਰੀ ਲਈ ਹੈ ਇਹਦੀ ਬੁੱਢੀ ਦੀ ਕਹਿ ਰਹੇ ਨੇ ਉਹ ਅਕਬਰ ਖਾਨ ਤੇਰੇ ਭਰਾ ਨੇ ਕਿ ਚੋਰ ਨਾ ਕਰ ਇਸ ਮਾਦਰ ਚੋਦ ਦੱਲੇ ਨੂੰ ਕੋ ਇੱਕ ਸਵਾਲ ਕਰੇ ਉਹਦਾ ਜਵਾਬ ਲਵੇ ਅਕਬਰ ਸਾਹਿਬ ਤੁਸੀਂ ਹੁਣ ਸ਼ੋਰ ਨਾ ਕਰੋ ਸਫਤਾਲ ਹੋ ਚੁੱਪ ਹੋ ਜਾਓ ਆਪਸ ਸਾਹਿਬ ਪੂਰਾ ਸੀਰੀਅਸ ਹੋ ਜਾਓ ਤਮਾਸ਼ਬੀ ਨਹੀਂ ਛੱਡ ਸਕਦੇ ਨਾ ਲਾਓ ਮਿਊਟ ਨਾ ਲਾਓ ਅਕਬਰ ਖਾਨ ਨੂੰ ਪੁੱਛੋ ਕੀ ਕਹਿੰਦਾ ਹੈ ਤੁਹਾਡੇ ਬਾਰੇ ਵੀਡੀਓ ਲਾਵਾਂ ਉਹ ਕਹਿੰਦੇ ਅੱਗੇ ਦੀ ਲੱਤ ਇੱਕ ਵੱਡੀ ਇਹਦੀ ਦੂਜੀ ਉਡਵਾਣੀ ਲਾਵਾਂ ਵੀਡੀਓ ਨਸਲ ਅਮਰਜੀਤ ਸਾਹਿਬ ਮਨ ਸੁਣ ਰਹੇ ਹੋ ਸਲਾਮ ਅਲੈਕਮ ਉਹ ਮਿਊਟ ਕਿਉਂ ਕਰਦੇ ਜੇ ਅਮਰ ਨਜ਼ੀਰ ਸਾਹਿਬ ਮੈਨੂੰ ਸੁਣ ਰਹੇ ਹੋ
ਉਹ ਯਾਰ ਮਿਊਟ ਨਾ ਕਰੋ। ਉਹ ਯਾਰ ਇਹ ਸਾਰੇ ਮਰਜ਼ਾਈਆਂ ਨੂੰ ਕਹੋ ਫਰਕਾਨ ਨੂੰ ਲੈ ਕੇ ਆਓ ਤੇ ਇਹ ਮੈਂ ਕੁਝ ਵੀ ਨਹੀਂ ਉਹ ਗੱਲ ਸੁਣ ਸ਼ੂਟਰ ਇੱਕ ਮਿੰਟ अकबर खान ਵਜ਼ੀਰ ਸਾਹਿਬ ਜੇ ਸੋਚ ਲੈਣਾ ਤੇ ਫਿਰ ਮੈਂ ਠੀਕ ਤੁਹਾਡੀ ਮਰਜ਼ੀ ਮੇਰੀ ਗੱਲ ਜਿਹੜੀ ਮੈਂ ਬਹੁਤ ਜ਼ਰੂਰੀ ਕਰਨੀ ਹੈ ਮੇਰਾ ਕਿਸੇ ਗੱਲ ਹੀ ਨਾਲ ਕਿਸੇ ਨੂੰ ਕੁਝ ਕਹਿਣ ਨਾਲ ਕੋਈ ਤਲਕ ਨਹੀਂ जी करो ਗੱਲ ਲੇਕਿਨ ਮੈਂ ਮਸਲਾ ਇੱਕ ਬਹੁਤ ਜ਼ਰੂਰੀ ਪੁੱਛਣਾ ਤੇ ਦੱਸਣਾ ਹੈ ਅਮਰ ਨਜ਼ੀਰ ਸਾਹਿਬ ਨੇ जी आमर नजीर साहब ਤੁਸੀਂ ਮੌਜੂਦ ਹੋ ਜੀ ਪੁੱਛੋ ਹਾਂਜੀ ਗੱਲ ਹੈ ਕਿ ਆਇਮਦੀ ਤੇ ਜੋ ਵੀ ਹਨ ਜਿਸ ਤਰ੍ਹਾਂ ਦੇ ਵੀ ਹਨ ਮਾੜੇ ਨੇ ਚੰਗੇ ਨੇ ਆਪਣੇ ਘਰ ਨੇ ਤੁਸੀਂ ਉਹਨਾਂ ਨਾਲ ਜ਼ੁਲਮ ਕਰੋ ਜ਼ਿਆਦਤੀ ਕਰੋ ਤੁਸੀਂ ਅਕਸਰ ਆਪਣੇ ਭਾਈਆਂ ਨੂੰ ਇੱਥੇ ਬੁਲਾ ਕੇ ਖੜਾ ਕਰਦੇ ਜੇ ਮੇਰਾ ਇਸ਼ਾਰਾ ਕ੍ਰਿਸਚੀਅਨ ਵੱਲੇ ਇਹ ਕੱਲ ਕਰਾਚੀ ਚ ਉਹਨਾਂ ਦੇ ਤੁਸੀਂ ਚਰਚ ਤੇ ਦਰੂਦ ਸ਼ਰੀਫ ਕਿਉਂ ਲਿਖਿਆ ਇਹ ਕਿਹੜੇ ਟੋਲਰੈਂਸ ਹੈ ਜਿਹੜੀ ਤੁਸੀਂ ਕਰਦੇ ਫਿਰਦੇ ਕਿੱਥੇ ਵਾਕਿਆ ਹੋਇਆ ਕਰਾਚੀ ਚ ਕੀ ਮੈਂ ਸੋਸ਼ਲ ਮੀਡੀਆ ਭਰਿਆ ਪਿਆ ਉਹਨਾਂ ਦੇ ਚਰਚ ਤੇ ਜਾ ਕੇ ਦਰੂਦ ਸ਼ਰੀਫ ਲਿਖਿਆ ਗਿਆ ਉਹ ਪਿੱਟਦੇ ਪਏ ਨੇ ਵੀ ਅਸੀਂ ਇਹ ਮਿਟਾਈਏ ਤੇ ਸਾਡੇ ਤੇ ਪਰਚਾ ਹੋਏਗਾ ਤੋਹੀਨ ਰਸਾਲਤ ਦਾ ਤੇ ਨਾ ਮਿਟਾਈਏ ਤੇ ਸਾਡੇ ਅਕਾਇਦੇ 'ਚ ਨਹੀਂ ਸ਼ਾਮਲ ਹੈ ਉਹ ਵੀਡੀਓ ਜਾਂ ਤਸਵੀਰ ਕਿੱਥੇ ਵੇ ਜਿਹਦੀ ਗੱਲ ਤੇ ਕਰਨੀ ਹੋ ਉਹ ਮੈਂ ਤੁਹਾਨੂੰ ਭੇਜ ਦਾਂਗਾ ਵੀਡੀਓ ਅਕਸਰ ਲੱਗੀਆਂ ਮੈਂ ਮੇਰਾ ਖਿਆਲ ਹੈ ਕਿ ਉਹਨਾਂ ਤੁਹਾਡੇ ਵਲੀਦ ਸਾਹਿਬ ਨੂੰ ਵੀ ਭੇਜੀ ਵੀ ਇਹ ਕੀ ਹੈ ਇਸਲਾਮ ਤਾਂ ਬੜਾ ਪਿਆਰਾ ਦੀਨ ਹੈ ਉਹ ਤੇ ਤੁਹਾਨੂੰ ਟੋਲਰੈਂਸ ਸਿਖਾਉਂਦਾ ਹੈ ਤਾਰਕ ਇਸ ਤਰ੍ਹਾਂ ਦੇ ਸਾਹਿਬ ਕੁਝ ਲੋਕ ਹੁੰਦੇ ਨੇ ਜੋ ਇੰਤਸ਼ਾਰ ਫੈਲਾਣੇ ਨੇ ਜਿਸ ਲਈ ਉਹ ਮਟਾਣਗੇ ਨਾ ਫਿਰ ਉਹਨਾਂ ਦੇ ਤੋਹੀਨ ਰਸਾਲਤ ਦਾ ਮਹੱਤਵ ਬਣਾਉਣਗੇ ਉਹਨਾਂ ਦੇ ਉੱਤੇ ਅੱਲਾ ਬੋਲਾਂਗੇ ਅਗਰ ਕੋਈ ਬੰਦਾ ਇਸ ਤਰ੍ਹਾਂ ਇੱਕ ਹਰਕਤ ਕਰਦਾ ਹੈ ਨਾ ਤਾਂ ਉਹਨੂੰ ਪੂਰੇ ਇਸਲਾਮ ਉੱਤੇ ਜਾਂ ਇਸਲਾਮ ਉੱਤੇ ਤੇ ਨਹੀਂ ਪਹੁੰਚਾ ਜਾ ਸਕਦਾ ਚਲੋ ਤੇ ਹੁਣ ਉਹਦਾ ਹੱਲ ਕੀ ਹੈ ਸ਼ਰੀਅਤ ਉਹਦੇ ਬਾਰੇ ਕੀ ਕਹਿੰਦੀ ਹੈ ਉਹਨਾਂ ਦੀ ਇਬਾਦਤਗਾਹ ਹੈ ਮੁਸਲਮਾਨ ਉਹ ਨਹੀਂ ਹੈਗੇ ਆਇਆ ਸ਼ਰੀਅਤ ਦੇ ਤਹਿਤ ਉਹਨੂੰ ਉੱਥੋਂ ਰਿਮੂਵ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਮੇਰਾ ਸਵਾਲ ਹੈ ਮੈਂ ਇਹ ਨਹੀਂ ਕਹਿੰਦਾ ਵੀ ਰਿਮੂਵ ਕਰੋ ਜਾਂ ਕੀਤਾ ਜਾ ਸਕਦਾ ਕਿਉਂ ਨਹੀਂ ਰਿਮੂਵ ਕੀਤਾ ਜਾ ਸਕਦਾ ਕਿੱਥੇ ਲਿਖਿਆ ਤੇ ਉੱਥੋਂ ਦਾ ਐਸੇ ਜਿਹੜਾ ਪੁਲਿਸ ਅਫੀਸਰ ਹੈ ਉਹਦੇ ਮੁਤਾਲਬਾ ਕਰ ਰਿਹਾ ਤੁਸੀਂ ਬੰਦਾ ਸਾਨੂੰ ਪਛਾਣ ਕੇ ਦਿਓ ਤੇ ਤੁਹਾਨੂੰ 3 ਲੱਖ ਰੁਪਏ ਇਨਾਮ ਦੇਵਾਂਗੇ ਉਹ ਜਿਹਨੇ ਲਾਇਆ ਹਾਂਜੀ ਕੀ ਪੁਲਿਸ ਅਫਸਰ ਕਹਿ ਰਿਹਾ ਕਿ ਜਿਨ੍ਹਾਂ ਨੇ ਇਹ ਲਿਖੀ ਇਬਾਰਤ ਉਹ ਬੰਦੇ ਸਾਨੂੰ ਤੁਸੀਂ ਲੱਭ ਕੇ ਦਿਓ ਉਸ ਕਮਿਊਨਿਟੀ ਨੂੰ ਇਹ ਕਿਹਾ ਜਾ ਰਿਹਾ ਨਹੀਂ ਕਮਿਊਨਿਟੀ ਨੂੰ ਨਹੀਂ ਕਿਹਾ ਜਾ ਰਿਹਾ ਇਨਾਮੀ ਹਾਂਜੀ। ਰਕਮ ਜਦੋਂ ਰੱਖੀ ਜਾਂਦੀ ਹੈ ਨਾ ਕਿ ਅਸੀਂ ਜਿਹੜਾ ਉਹ ਬੰਦਾ ਮੁਲਜ਼ਮ ਢੂੰਡ ਕੇ ਲਿਆਵੇ ਤਾਂ ਉਹਨੂੰ 3 ਲੱਖ ਰੁਪਇਆ ਦੇਵਾਂਗੇ ਗਿਆ ਉਹ ਤੁਸੀਂ ਢੂੰਡ ਕੇ ਲਿਆ ਦਿਓ ਤੁਹਾਨੂੰ ਵੀ ਲੱਭ ਜਾਏਗਾ ਨਹੀਂ ਮੈਂ ਤੇ ਇੱਥੇ ਬੈਠਾ ਨਾ ਇਹ ਕੰਮ ਤੇ ਜਿਹੜਾ ਹੈ ਉਹ ਸੇਫ ਸਿਟੀ ਕੈਮਰਿਆਂ ਦਾ ਹੈ। ਉਹਨਾਂ ਦਾ ਕੰਮ ਹੈ ਪੁਲਿਸ ਦਾ ਕੰਮ ਹੈ ਕਿ ਉਹ ਆਮ ਦੀ ਜਿਹੜਾ ਮਦਦ ਕਰੇ ਯਾਰ ਮੈਨੂੰ ਤੁਸੀਂ ਇੰਜ ਪੇ ਪੁੱਛਦੇ ਹੋ ਵੀ ਮੈਂ ਉੱਥੇ ਡੀਸੀਓ ਲੱਗਿਆ ਵਾਂ ਅਗਰ ਸੇਫ ਸਿਟੀ ਨਹੀਂ ਸਾਡੇ ਤੇ ਤੁਸੀਂ ਮੁਸੈਤਰ ਬਣੇ ਜਮਾਤ ਅਹਿਮਦੀਆ ਤੇ ਨਾਸੇ ਤੇ ਨਹੀਂ ਜੇ ਨਾ ਮੁਸੈਤਰ ਹੀ ਜੇ ਨਾ ਲੜਨ ਆਏ ਹੋ ਤੁਸੀਂ ਇਸ ਟਾਈਮ ਨਹੀਂ ਲੜਨ ਮੈਂ ਕੀ ਲੜਨਾ ਤਾਰਕ ਸਾਹਿਬ ਮੇਰੀ ਮਟਰੀਨਾ ਘਰੋਂ ਚੋਰੀ ਹੋ ਗਈ ਇਟਲੀ ਚ ਪੁਲਿਸ ਉਹ ਨਹੀਂ ਫਾੜ ਸਕੀ ਕਾਲਾ ਬਲੇਰੀ ਤੇ ਉੱਥੇ ਕਿਸੇ ਨੇ ਕੀ ਫੜਨਾ ਹੈ ਯੂਰਪ ਸ਼ਾਮਾ ਦਿੱਤੀ ਜਾਓ ਗੱਲ ਹੈ ਕਿ ਤੁਸੀਂ ਸ਼ਹਿ ਦਿੱਤੀ ਜਾਓ ਵੀ ਇਹ ਮੇਰੇ ਨਾਲ ਇਹ ਵਾਕਿਆ ਹੋਇਆ ਜੇ ਉਹਨਾਂ ਨਾਲ ਹੋ ਗਿਆ ਤੇ ਕੀ ਹੈ ਇਹ ਜਿਹੜਾ ਨਾ ਉਜ਼ਰ ਗੁਨਾਹ ਬਦਤਰ ਗੁਨਾਹ ਹੁੰਦਾ ਉਹ ਯਾਰਾ ਜੀ ਖਾਦਮ ਹੁਸੈਨ ਸਾਹਿਬ ਤਾਰਕ ਬਾਕੀ ਗੱਲਾਂ ਨੂੰ ਛੱਡੋ ਯਾਰ ਟਾਪਿਕ ਨੂੰ ਚੇਂਜ ਕਰੋ ਇਧਰ ਮੁਸਤਮ ਸਾਹਿਬ ਤਾਰਕ ਸਾਹਿਬ ਯਾਰ ਗੱਲ ਸੁਣੋ ਤਾਰਕ ਸਾਹਿਬ ਜਿਹੜੀ ਤੁਸੀਂ एक मिनट आबद साहब एक मिनट तारक साहब ये नामी रकम में रखी हुई है 1 करोड़ रुपया ਤੁਸੀਂ ਹਾਸਲ ਕਰਨਾ ਚਾਹੋਗੇ ਨਹੀਂ ਜੀ ਮੈਨੂੰ ਇਹ ਜੇ ਰਕਮਾਂ ਨਾਲ ਕੋਈ ਦਿਲਚਸਪੀ ਤੇ ਫਿਰ ਤੁਸੀਂ ਫੁਰਕਾਨ ਕੋਲ ਤੇ ਬੜੇ ਬਹਿੰਦੇ ਹੁੰਦੇ ਹੋ 3-3 4-4 ਘੰਟੇ ਤੇ ਤੁਸੀਂ ਥਾਂ ਤੇ ਬਹਿੰਦੇ ਹੋ ਮੈਂ ਤੁਹਾਡੇ ਤੇ ਕਿਸੇ ਤੇ ਇਤਰਾਜ਼ ਕੀਤਾ ਨਹੀਂ ਤੇ ਉਹ ਕਿਉਂ ਰਕਮ ਲਿਆਓ ਨਾ ਸਾਨੂੰ ਚੈਲੰਜ ਕਰੋ ਨਹੀਂ ਤੇ ਉੱਥੇ ਜਾ ਕੇ ਤੁਸੀਂ ਚੈਲੰਜ ਕਬੂਲ ਕਰੋ ਕੱਲ ਜੋ ਤੁਹਾਡੇ ਕੋਲ ਆਇਆ ਤਾਂ ਤੁਸੀਂ ਉਹਦੀ ਕੀਤੀ ਹੈ ਉਹਦੀ ਗੱਲ ਨਹੀਂ ਸੁਣੀ ਅਸੀਂ ਤੇ ਚੈਲੰਜ ਕਬੂਲ ਕੀਤਾ ਹੈ ਉਹ ਕਿੱਥੇ ਹੋ ਖਾਦਮ ਹੁਸੈਨ ਸਾਹਿਬ ਦੇਖੋ ਅਸੀਂ ਤੁਹਾਨੂੰ ਕਿਤਾਬ ਵੀ ਦੱਸਾਂਗੇ ਤੁਸੀਂ alislam.org ਤੋਂ ਖੁਦ ਕੱਢੋਗੇ ਤੇ ਤੁਸੀਂ ਅਸੀਂ ਇਹ ਜਿਹੜਾ ਚੈਲੰਜ ਕਰ ਰਹੇ ਹਾਂ ਸੱਚਾ ਸਾਬਤ ਨਾ ਹੋਵੇ ਤੇ ਫਿਰ ਗੱਲ ਕਰੋ ਤੁਹਾਡੇ ਚੈਲੰਜਾਂ ਦਾ ਮੈਨੂੰ ਪਤਾ ਹੈ ਅਸੀਂ ਪਿਛਲੇ 74 ਤੋਂ ਲੈ ਕੇ ਹੁਣ ਤੱਕ ਵੇਖਦੇ ਆ 74 ਤੋਂ ਬਾਅਦ ਸਾਨੂੰ ਮੈਂ ਜਿਹੜੀ ਗੱਲ ਲਿਖੀ ਤੁਸੀਂ ਸਾਨੂੰ ਗਲਤ ਸਾਬਤ ਕਰੋ ਅਸੀਂ ਤੁਹਾਨੂੰ ਹੁਣ ਤੁਹਾਨੂੰ ਕਿਤਾਬਾਂ ਕੱਢ ਕੇ ਦੇਣੀਆਂ ਤੁਹਾਡੀਆਂ ਉਹ ਫੁਰਕਾਨ ਤੇ ਦੱਸਦਾ ਨਹੀਂ ਹੈ ਨਾ ਕਿਹੜੀ ਕਿਤਾਬ ਹੈ ਤੇ ਕਿਵੇਂ ਉਹ ਮਰਜ਼ਾਈਆਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਦੱਸਦਾ ਅਸੀਂ ਤੁਹਾਨੂੰ ਕਿਤਾਬਾਂ ਤੁਹਾਡੇ alislam.org ਤੋਂ ਦੱਸਾਂਗੇ ਉਹ ਸਾਨੂੰ ਜੋ ਲੋੜ ਪਏਗੀ ਅਸੀਂ ਪੜ੍ਹ ਲਾਂਗੇ
ਜਿਹੜੀਆਂ ਤੁਸੀਂ ਰੂਹਾਨੀ ਖਜ਼ਾਨੇ ਨੂੰ ਭੱਜ ਕੇ ਪੈਂਦੇ ਹੋ, ਇਸਲਾਮੀ ਖਜ਼ਾਨੇ ਨਾਲੇ ਕਿਉਂ ਨਹੀਂ ਹੁੰਦੇ ਤੁਸੀਂ? ਨਹੀਂ ਦੇਖੋ ਉਹ ਤੇ ਅਸੀਂ ਮੇਰੇ ਤੇ ਇਤਰਾਜ਼ ਹੁੰਦਾ ਕਿ ਤੁਸੀਂ ਫੁਰਕਾਨ ਕੇ ਬੰਦੇ, ਤੁਸੀਂ ਖਾ ਤੇ ਬਹਿੰਦੇ ਜੇ, ਤੁਸੀਂ ਗਾਲਾਂ ਕੱਢਦੇ ਜੇ, ਤੁਸੀਂ ਬੰਦੇ ਬੁਲਾ ਕੇ ਗਾਲਾਂ ਪਵਾਉਂਦੇ ਜੇ ਸਾਨੂੰ। ਮੇਰੀ ਗੱਲ, ਅਸੀਂ ਨਹੀਂ ਪਵਾਈਆਂ ਗਾਲਾਂ, ਇਹ ਆਪੇ ਵਿੱਚ ਇੱਕ ਦੂਜੇ ਨਾਲ ਗਾਲਾਂ ਕੱਢ ਰਹੇ ਨੇ। ਅਸੀਂ ਕਿਸੇ ਨੂੰ ਨਹੀਂ ਕਹਤੇ ਕਿ ਤੁਸੀਂ ਗਾਲਾਂ ਕੱਢੋ। ਤੇ ਮੈਂ ਜਿਹੜਾ ਇਹ ਚੈਲੰਜ ਕੀਤਾ ਹੋਇਆ ਇਹਦਾ ਜਵਾਬ ਦਿਓ ਮਰਜ਼ਾਈਆਂ ਨੂੰ। ਕਿਆ ਆਇਆ ਕੋਈ ਮਰਜ਼ਾਈ ਆ ਕੇ ਸਾਡੇ ਇਸ ਚੈਲੰਜ ਨੂੰ ਗਲਤ ਸਾਬਤ ਕਰ ਸਕਦਾ ਹੈ ਕਿ ਫੁਰਕਾਨ ਕੋਲ ਤੇ 2-2 ਘੰਟੇ ਬੈਠੇ ਰਹਿੰਦੇ, ਉੱਥੇ 1 ਮਿੰਟ ਵੀ ਨਹੀਂ ਰੁਕਿਓ। ਰਸੂਲ ਪਾਕ ਦੇ ਬਾਰੇ ਚ ਉਹਨੇ ਲਿਖਿਆ ਹੋਇਆ ਹੈ ਤੇ ਤੁਸੀਂ ਉਹਨੂੰ ਜਿਹੜਾ ਹੈ ਤੇ ਉੱਥੇ ਬੈਠੇ ਰਹਿੰਦੇ, ਉੱਥੇ 2 ਘੰਟੇ ਵੀ ਨਹੀਂ ਬੈਠੇ ਹੋ। 2 ਮਿੰਟ ਤੇ ਬਹਿਓ ਭਾਈ, ਕੀ ਗੱਲ ਹੈ, ਨਸਤੀ ਕਿਉਂ ਹੋ ਤੁਸੀਂ? आओ जी इनामी रकम वसूल करो, 1 करोड़ रुपया इनामी रकम है। और आमिर भाई किधर गए ने? मनो अल्लाह ने बथेरा कुछ दिता है, मैं उतरिया नहीं, वो कोई टेक्निकल फॉल्ट आया है। देखो तुसी देखो, लेकिन मनो ये दसो कि तुसी सारे जड़े हो जी अली वो किधर गए ने आमिर भाई? मैं खादिम हुसैन साहब मैं ये कह रहा कि जिसले आका दे बारे विच लिखा होया हुंदा है उत्थे तुसीं बैठ के ते बड़ियां चस्सां लै रहे हुंदे हो। हुण आका दे गुलाम ने मिर्जा गुलाम कादियानी साहिब नहीं, मिर्जा गुलाम कादियानी क्यों है भाई? कौन? मैं कभी किसी गुलाम हुसैन नो, मैं किसी गुलाम हुसैन नो गुलाम सीधा कह सकना? किसी गुलाम मोहम्मद नो गामा या गुलाम कह सकना? देखो जी उन्हां दा नाम है मिर्जा गुलाम दसवंदी अहमद, गुलाम अहमद कादियानी कोई जड़ा साडे कोल आ बर्थ सर्टिफिकेट भी है, ਉਹਦੇ ਵਿੱਚ ਉਹਨਾਂ ਦਾ ਨਾਮ बर्थ सर्टिफिकेट तेरे को अपना नहीं है। तू मिर्जा साहब का की करना? कल फिर देखना गल है कि ए गंदगियां करनियां जेदे पोस्टां आंदियां रहनियां यार। देखो कल तक तू इंतजार कर, वेख केड़ी पोस्ट आउंदी हो। ਭਾਈ ਤੁਸੀਂ ਚੈਲੰਜ ਕਰੋ, ਅਸੀਂ ਤੁਹਾਡੀ ਉਹ ਚੈਲੰਜ ਸਾਨੂੰ ਚੈਲੰਜ ਅੱਗੇ ਤੁਹਾਡਾ ਉਹ ਜਿਹੜਾ ਹੈਗਾ ਚੈਲੰਜ ਬਾਦਸ਼ਾਹ ਚੈਲੰਜ ਦਾ ਜਿਹੜਾ ਮਾਸਟਰ ਹੈ ਉਹ ਗੱਲ ਸੁਣ ਉਹ ਸ਼ਾਰਪ ਸ਼ੂਟਰ ਇੱਕ ਮਿੰਟ ਹੁਣ ਸਾਰੇ ਪੈ ਜਾਓ। ਤੁਸੀਂ ਗੁਸਤਾਖੀ ਕਰੋਗੇ ਸਾਰੇ ਨਹੀਂ, ਮੈਂ ਕੋਈ ਗੁਸਤਾਖੀ ਨਹੀਂ ਕੀਤੀ, ਹੁਣ ਰਿਕਾਰਡਿੰਗ ਹੋਈ ਹੈ, ਕਿਸੇ ਦੀ ਕੋਈ ਗੁਸਤਾਖੀ ਨਹੀਂ ਕੀਤੀ। ਨਿਕਲ ਪੋਸਟਰ ਆ ਜੇਦਾ ਤੁਸੀਂ ਹੁਣ ਰਿਕਾਰਡਿੰਗ ਹੀ ਚੱਕਿਆ ਉਹ ਮੈਂ ਕਿਸੇ ਸਰਕਾਰ ਵਾਸਤੇ ਕਿਹਾ, ਮੈਂ ਸਰਕਾਰ ਦਾ ਨਾਂ ਲਿਆ। ਆ ਜਿਹੜਾ 4 ਮੈਂ ਤੁਸੀਂ ਐਵੇਂ ਆਪਣੀ ਗੱਲ ਦਾ ਆਪ ਮਤਲਬ ਕੱਢੀ ਜਾਂਦੇ ਹੋ ਸਾਹਿਬ ਹੋਏ ਜਿਹੜਾ 5 ਮਹੀਨੇ ਨਹੀਂ ਮੇਰੀ ਗੱਲ ਸੁਣਨਾ। ਇੱਕ ਮਿੰਟ ਤੇਰੇ ਕੋ ਆਪਣੀ ਬਰਥ ਸਰਟੀਫਿਕੇਟ ਹੈਗਾ? ਨਹੀਂ ਤੁਹਾਨੂੰ ਕਿਉਂ ਨਹੀਂ ਕਹਿ ਰਿਹਾ ਤੁਹਾਨੂੰ ਤੁਸੀਂ ਤੇ ਕੁਰਾਨ ਤੇ ਹੀ ਅਮਲ ਨਹੀਂ ਜੇ ਕਰਦੇ। ਤੁਸੀਂ ਕੁਰਾਨ ਨੂੰ ਛੱਡ ਬੈਠੇ ਹੋਏ ਹੋ ਇਹ ਸਮੇਤ ਆਮਰ ਨਜ਼ੀਰ ਦੇ, ਤੁਸੀਂ ਕੁਰਾਨ ਨੂੰ ਟੋਟਲ ਛੱਡਦੇ ਹੋਏ। ਅਸੀਂ ਤੇ ਮਿਰਜ਼ਾ ਸਾਹਿਬ ਨੂੰ ਅਵਲਦੁਲ ਤੁਸੀਂ ਕੀਤਾ ਕਿਤਾਬਾਂ, ਅਸੀਂ ਤੁਹਾਨੂੰ ਸਾਰਿਆਂ ਨੂੰ ਅਵਲਦੁਲ ਹਰਾਮ ਹੋ। ਤੁਸੀਂ ਚਲੋ ਤੁਸੀਂ ਗਾਲਾਂ, ਤੁਸੀਂ ਗੁਆਂਢੀਆਂ ਦੀ ਪੈਦਾਵਾਰ ਹੋ, ਤੁਹਾਡੇ ਦੇ ਪੀਰਾਂ ਦਿੱਤੇ ਹੋ ਤੁਸੀਂ। ਤਾਰਕ ਸਾਹਿਬ ਰੈਫਰੈਂਸ ਤੁਸੀਂ ਮੰਗੋ, ਅਸੀਂ ਰੈਫਰੈਂਸ ਦੇਣੇ ਨੂੰ ਤਿਆਰ ਹਾਂ। ਨਹੀਂ ਅਸੀਂ ਵੀ ਰੈਫਰੈਂਸ ਦੇ ਦਾਂਗੇ ਵੀ ਤੇਰਾ ਪਿਓ ਮੈਂ ਆ। अच्छा चलो ठीक है, लेकिन मिर्जा साहब डीएनए चेक करा ले, मैं ना निकला तो मोड़ रखी। तू की समझना कि तुम्हारे मुंह च बहुत ही जुबान है, तेरे दूजा को बोल नहीं सकता। तू अपने बच्चे मैं तेरा प्यो हैगा, तन्नू इस गल दा तेरी बेबे ने दसिया नहीं। खादिम साहब टट्टी निकल आएगी ताड़ी, शोर ना करो। नहीं मैं ओ टट्टी तोड़ी निकली हुई है। कदे कदे गांडो बुला के तुसी गल्ला करदे हो। ਉਹਨਾਂ ਦਾ ਪੁੱਤਰ ਬਣਿਆ, ਮੂੰਹ ਬੋਲਾ ਪੁੱਤਰ। ओ बस कर तू आ ठुए दी पैदावार है, बस कर बस कर गल्ला करदे हो तुसी। सारे पै जाओ, मनु पै जाओ सारे पै जाओ, सारे पै जाओ, और इकट्ठे कर लियो।
ਉਹ ਹੋਰ ਪਿਓ ਜਿਹੜੇ ਦਾਅਵੇਦਾਰ ਨੇ ਤੁਹਾਡੇ ਉਹਨਾਂ ਨੂੰ ਵੀ ਲੈ ਆਓ। ਦੇਖੋ ਤਾਰਿਕ ਸਾਹਿਬ ਇਹ ਜਿਹੜੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਗਲਤ ਗੱਲ ਨਹੀਂ ਕੀਤੀ, ਮੈਂ ਤੁਹਾਡੇ ਨਾਲ ਗਲਤ ਗੱਲ ਨਹੀਂ ਕੀਤੀ। ਤੁਸੀਂ ਮੇਰੇ ਦਿਲ ਦੁਖਾਇਆ, ਤੁਸੀਂ ਮੇਰੇ ਆਕਾ ਨੂੰ ਤੂੰ ਉਦੋਂ ਜੰਮਿਆ ਸੀ, ਤੁਹਾਡਾ ਉੱਤੇ ਕੀ ਹੈਗਾ? ਤਾਰਿਕ ਸਾਹਿਬ ਦੇਖੋ ਮੈਂ ਉਸ ਚੂਤ ਯਮਨ ਉਹ ਜਿਹੜਾ ਸ਼ਾਹ, ਜਿਹੜਾ ਜਾਲੀ ਸ਼ਾਹ ਹੈ। नहीं गाना नहीं कटो, गाल करना चंगी गाल नहीं है। कृष्ण भगवान की नहीं गुलाब जामुन गाली नहीं देना। नहीं गाली नहीं मैं मिर्जा कादियानी हूँ यार। तारिक साहब को गाली नहीं देना। तारिक साहब देखें ये जो बातें लिखी हुई हैं, आप हमसे रेफरेंस लेना, हम आपको देने के लिए तैयार हैं। ज्यादा ਛੋਟਾ ਜਿਸ ਤਰ੍ਹਾਂ ਉਹ ਕਹਿੰਦਾ ਨਹੀਂ ਕਿ ਦੁੱਧ ਪਿਲਾਇਆ ਸੀ ਫਰਕਾਨ ਦਾ ਮਤਲਬ ਕਿ ਤੂੰ ਵੀ ਜਾ ਕੇ ਦੁੱਧ ਪੀਤਾ ਸੀ, ਤੂੰ ਵੀ ਇਹਨਾਂ ਦਾ ਪੁੱਤਰ ਬਣ ਗਿਆ, ਰਜ਼ਾਈ ਪੁੱਤਰ। ਪਤਾ ਹੈ ਉਹ ਕਹਿੰਦਾ ਫਰਕਾਨ ਇਹਦਾ ਮਤਲਬ ਹੈ ਕਿ ਤੂੰ ਇਹਨਾਂ ਦਾ ਪੁੱਤਰ ਹੈ ਤੇ ਫਿਰ ਤੂੰ ਦੁੱਧ ਪੀਤਾ ਸੀ ਜਾ ਕੇ, ਦੱਸ ਜ਼ਰਾ। ਦੇਖੋ ਜੀ ਇਹਨਾਂ ਨੇ 3 ਮਹੀਨੇ ਤਕਲੀਫ ਨਹੀਂ ਹੁੰਦੀ, ਗੱਲ ਕਰ ਰਿਹਾ ਇਹ ਬੜਾ ਗੰਦਾ ਬੰਦਾ ਹੈ, ਇਹਦੇ ਆਕਾ ਦੀ ਗੁਸਤਾਖੀ ਹੋ ਗਈ ਹੈ। ਜਿਸ ਗੁਸਤਾਖ को ले बंद है अपना दिखा दे तारिक साहब को कोई नहीं शर्म आ रही होती। तारिक साहब उती फुरकान बड़ा गंदा बंदा है ना, ਭੈਣ ਦਾ ਚੋਦ ਮੇਰਾ ਮਾਈਕ ਬੰਦ ਕਰੇ, ਉਹਦੀ ਮਾਂ ਦੇ ਫੁੱਦੇ ਚ ਘੋੜਿਆਂ ਦੇ ਰੋਲ ਪਾਵਾਂ ਮੈਂ। ਓਏ ਹੋਏ 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 ये नहीं ना ਉਹ ਇਹ ਤੇ ਅੱਜ ਮਿਰਜ਼ੇ ਦੀ ਰੂਹ ਇਹਦੇ ਚ ਆ ਗਈ ਹੈ, ਖੁਦ ਪਾ ਰਹੀ ਹੈ ਮਿਰਜ਼ਾ ਕਾਦੀਆਨੀ ਦੀ ਰੂਹ ਇਹਦੇ ਚ ਆ ਗਈ ਹੈ। ਉਹ ਯਾਰ ਲੰਮੀ ਗਾਲਾਂ ਬੰਦਾ ਸੀ ਜਿਸ ਵੇਲੇ ਜਾ ਕਹਿੰਦੇ ਸੀ ਕਿ ਵਾਹ ਮੈਨੂੰ ਪੇਸ਼ ਕੋਈ ਅਹਿਮਦ ਅਲੀ ਮਾਈਕ ਨਾ ਮਿਊਟ ਕਰੋ, ਗਾਲਾਂ ਕੱਢੋ। ਵਾਹ ਮੈਨੂੰ ਨਿਸ਼ਾਨ नहीं रिकॉर्ड करो। क्यों गाला क्यों कटने लगा मामा तारिक, ना कटो गाला। नहीं ये जलसे सालाना का खुतबा है जो मिर्जा मुस्लिम उत्तर गई दिया पुत्र। ओए मॉडरेटर ना मैच बंद करो। हेलो माइक ना बंद करो प्लीज। बंद करो। तारक साहब देखो ਤੁਸੀਂ ਗੁੱਸਾ ਕਿਉਂ ਕਰਦੇ ਹੋ? ਉੱਥੇ ਦੇ ਤੋਂ ਉਸ ਕੋਲ ਬੈਠੇ ਹੁੰਦੇ ਹੋ ਤੁਸੀਂ, ਤੇ ਆਪਣਾ ਫੁਰਕਾਨ ਕੋਲ ਬੈਠੇ ਹੁੰਦੇ ਹੋ, ਤੇ 72 ਲੱਖ ਰੁਪਏ ਨਾਮ ਹੁੰਦਾ ਹੈ, ਤੇ ਉੱਥੇ ਨਹੀਂ ਬੋਲਦੇ ਹੋ। आज ताड़ी बोलने टट्टी खारज होती है कि चक्कर है? जी बिलाल साहब आप क्या बोलना चाहते हैं? बोले आप कुछ बोलना चाहते हैं? ਕਿਵੇਂ ਪੈਰ ਆਇਆ ਸ਼ਾਰਪ ਸ਼ੂਟਰ? ਮੈਂ ਥੋੜਾ ਮਸਰੂਫ ਸੀ 2-3 ਘੰਟੇ। ਇਹ ਜਿਹੜਾ ਮੈਂ ਚੈਲੰਜ ਲਾਇਆ ਨਾ, ਇਹਦੀ ਵਜ੍ਹਾ ਤੋਂ ਮੈਨੂੰ ਗੁੱਸਾ ਆ ਗਿਆ। अच्छा हाँ बिलाल की कह रहे हैं? बड़ा गंदा बंदा है अंदरों, ये मिठिया गल्लां करता है लेकिन अंदरों पूरा गंदा बंदा है। ਇਹਨੂੰ ਖੁਦਾ ਵੀ ਆ ਕੇ ਆਖੇ ਨਾ ਕਿ ਮਿਰਜ਼ਾ ਝੂਠਾ ਹੈ, ਇਹਨੇ ਤਾਂ ਵੀ ਨਹੀਂ ਮੰਨਣਾ। ਇਹ ਉਸ ਦਿਮਾਗਦਾਰ ਦਿਲ ਦਾ ਬੰਦਾ ਹੈ, ਉਹ ਜ਼ਹਿਨੀਅਤ ਦਾ ਬੰਦਾ ਹੈ। देखो जी बहुत ज्यादा पानी यार। यार बिलाल कुछ कहना चाहता। हाँ बिलाल तू माइक ऑन कर। बिलाल बिलाल मैं यही रिकॉर्डिंग मैं तेरे साबित कर सकना कि मैं उस बंदे को एक बार भी म्यूट नहीं किया। मैं लगिया काम, मैं रिकॉर्डिंग लाई है। हां वो पता है कि मैं म्यूट किया, दिमाग को नहीं किया। तू मेरा नाम ले लिया, मैं तो म्यूट ही नहीं किया। मैं करो चेक करो किन्ने म्यूट ਕੀਤਾ ਹੈ ਉਹਨੂੰ। ਉਹਦੇ ਚ ਮਿਰਜ਼ੇ ਦੀ ਰੂਹ ਆਈ ਸੀ, ਉਹਨੂੰ ਭੌਂਕਣ ਦੇਣਾ ਸੀ। नहीं देखो मसला ਕਿਹਨੇ ਕੀਤਾ ਉਹਨੂੰ? अब अब्दुल्ला मेरी गल सुनो सारे। देखो ਉੱਥੇ ਮਿਰਜ਼ਾਈਆਂ ਨੇ ਪੋਸਟਰ ਲਾਇਆ ਹੋਇਆ, ਅਸੀਂ ਜਾ ਕੇ ਕਹਿੰਦੇ ਆ ਕਿ ਸਾਨੂੰ ਤੇ ਲੈ, ਅਸੀਂ ਜਵਾਬ ਦੇਣੇ ਆ ਤੈਨੂੰ। ਉਹ ਸਾਨੂੰ ਮਿਊਟ ਕਰਦਾ, ਬੋਲਣ ਨਹੀਂ ਦਿੰਦਾ, ਤੇ ਬਾਅਦ ਵਿੱਚ ਕਹਿੰਦਾ ਮੁਸਲਮਾਨ ਨਸ ਕੇ ਨੇ। ਠੀਕ ਹੈ। ਔਰ ਕਿਤਾਬਾਂ ਵਿੱਚ ਜਿਹੜੀਆਂ ਉਹ ਦਸਤਾ ਉਹ ਸਾਰੇ ਮਿਰਜ਼ਾਈਆਂ ਨੇ ਲਿਖੀਆਂ ਹੋਈਆਂ ਨੇ। ਉੱਥੇ ਤਾਰਕ ਬੈਠਾ ਰਹਿੰਦਾ ਤੇ ਬੜੀਆਂ ਚਸਾਂ ਕਰਕੇ ਗੱਲਾਂ ਕਰਦਾ ਰਸੂਲ ਪਾਕ ਦੇ ਬਾਰੇ ਚ। ਉੱਥੇ ਲਾਏ ਹੋਏ ਨੇ ਪੋਸਟਰ, ਤੇ ਇੱਥੇ ਅਸਾਂ ਨੇ ਪੋਸਟਰ ਲਾਇਆ, ਸਾਨੂੰ ਗਲਤ ਸਾਬਤ ਕਰੋ, ਅਸੀਂ ਹਵਾਲੇ ਦੇਣੇ ਨੂੰ ਤਿਆਰ ਆ ਸਾਰੇ। ਤੁਹਾਡੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਨਾ, ਅਸਾਂ ਤਾਂ ਨਹੀਂ ਲਿਖੇ। शूटर भाई ये धमकी दे के गया है, शार्प शूटर ने बहुत गलत बयान दिता है। शाम तक जी पोस्टर आ जाएगा, आवे तेरी असा वेख करने तेन गाल नहीं कटदी, ते वेख तेन सब वाड़ना किथे वे खोती दियो बच्चियो, तुसी ये तौहीन करदे हो। वालेकुम अस्सलाम व रहमतुल्लाह। एक और ਉਹ ਸ਼ਾਰਪ ਸ਼ੂਟਰ ਇੱਕ ਹੋਰ ਜਿਹੜੀ ਛੋਟਾ ਜਿਹਾ ਪੋਸਟਰ ਨਾ ਸਾਈਡ ਤੇ ਜਾਂ ਉਹ ਟਿਕਰ ਲਿਖ ਕੇ ਲਾ ਕਿ ਮਿਰਜ਼ਾ ਕਾਦੀਆਨੀ ਨੂੰ ਜਿਸ ਵੇਲੇ ਹੈਜ਼ ਆਉਂਦਾ ਸੀ ਉਹ ਸੈਨੇਟਰੀ ਪੈਡ ਯੂਜ਼ ਕਰਦਾ ਸੀ, ਟਾਕੀ ਯੂਜ਼ ਕਰਦਾ ਸੀ, ਰੂਈ ਯੂਜ਼ ਕਰਦਾ ਸੀ। ਕੀ ਇਸਤੇਮਾਲ ਨਹੀਂ ਅਸੀਂ ਦੇਖੋ ਅਸੀਂ ਗਲਤ ਗੱਲ ਨਹੀਂ ਲਿਖਣੀ ਹੈ। ਉਹਦੇ ਜਵਾਬ ਮੇਰੇ ਕੋਲ ਹੈ। ਉਹ ਅੱਛਾ ਤੁਸੀਂ ਜਿੰਨੇ ਵੀ ਮੇਰੀ ਗੱਲ ਸੁਣੋ, ਜਿੰਨੇ ਮੁਸਲਮਾਨ ਆਪਣੀ ਤਰਫੋਂ ਇਨਾਮ ਦਾ ਐਲਾਨ ਕਰਨਾ ਚਾਹੁੰਦੇ ਹੋ, ਤੁਸੀਂ ਮੈਨੂੰ ਇਨਬਾਕਸ 'ਤੇ ਲਿਖ ਦਿਓ ਕਿ ਮੇਰੀ ਤਰਫੋਂ ਇਤਨਾ, ਤੇ ਉਹ ਮੈਂ ਅਗਲੇ ਪੋਸਟਰ ਵਿੱਚ ਜਿਹੜਾ ਲਾਵਾਂਗਾ ਨਾ ਉਹ मैं अपना उस पर इजाफा करांगा। जी अब्दुल्ला साहब, मुफ्ती साहब अस्सलाम वालेकुम, क्या गलतियां आप इसमें क्या इजाफा? वालेकुम अस्सलाम व रहमतुल्लाहि व बरकातहू।
पोस्टर में एक गलती ये है कि एक लफ्ज लिखो बकुल्ली नामर्द, ये लफ्ज लिखना है बकुल्ली। हाँ ठीक है, हाँ बकुल्ली नामर्द। अच्छा देखें सब तो मुहज़्ज़ब मरज़इये ए तारक स्टेर या तारक सनियारा ये ना तो मुहज़्ज़ब मरज़इये जेड़ा धमकी की दे के गया है, सही है। ये अंदरों पूरे हराम दे ने पूरे। देखा अब्दुल्ला तारिक साहब को अपनी जो है वो सफेद दाढ़ी से हया कर लेनी चाहिए जो आधी आधी इंच रखी हुई है। देखें तमाम भाइयों से एक गुजारिश है। देखें ये पोस्टर लगाने का मकसद ये है कि ये 3 महीने 4 से ये पोस्टर लगा के बैठे हुए हैं। नाउज़ु बिल्लाह नकल कुफर नबाशत के रसूल पाक का जो करदार है साबित करो, 72 लाख रुपया इनाम लो, और ये सारे वहां पे बैठे रहते हैं। ठीक है, ठीक है। इनको जो है ये वहां पे लगा के बैठे रहते हैं। अब हमने जो चीज लगाई है, ठीक है, उसमें हम साबित करते हैं ना, हमें आके चैलेंज करें कि ये जो बातें आपने लिखी हुई हैं आप साबित करें हमारी किताबों से, तो हम साबित करेंगे। तो अब देखो उसमें हमने तो नहीं लिखी। शार्प शूटर साहब, हम उसका जवाब देने के लिए तैयार हैं, लेकिन अपना हलाली होना तो साबित करें ना। हम जब कहते हैं कि यही बात, यही लफ्ज, यही अल्फाज, हम अभी alislam.org खोलते हैं और आपको दिखाते हैं, जो फतवा यहाँ पर लगाओगे ना वही फतवा अपने जो है वो उस कातिब पे या उस शारे पे या जो उसने किताब लिखी है उस पे लगाओ। हम तो तैयार है। मैं तो 4 दिन पहले मैं गया था, अब मुझे वक्त नहीं मिला वरना वो वीडियो में अपलोड करूंगा। 4 दिन पहले मैं गया था, मैंने कहा यार हर जवाब देने के लिए मैं तैयार हूँ। अगर हलाली बाप के बेटे हो ना, नेक माँ के बेटे हो ना, एक बाप के बेटे हो ना, तो मेरी स्क्रीन भी बड़ी करो, यही बात, यही लफ्ज मैं तुम्हें जो है वो अल इस्लाम से जो दिखाऊंगा। फिर मिर्जा मसरूर से लेकर और मिर्जा नासिर और ताहिर और मिर्जा बशीरुद्दीन महमूद और हकीम नूरुद्दीन से लेकर मिर्जा गुलाम कादियानी से लेकर जो है वो चिराग बीबी तक लानत डलवानी है। फिर मैं फिर ऐसे नहीं छोड़ूंगा। ये भी बात है हज़रत साहब, ये एक भी बात है कि इनको बोला करें कि जिसने अपने बाप का दूध पिया है, मिर्जा साहब फरमाते कि भाई हमारी जमात के तो मर्द भी दूध देते हैं, तो जिसने अपने बाप का दूध पिया वो आए इस चैलेंज को कबूल करे। बिल्कुल जनाब, देखें इनको एक्सपोज करना हमारा मकसद है। ये सारे बहन भाई नोट कर लें कि ये सारे शातम मिर्जाई उधर फुरकान के पास बैठे होते हैं, और जब हम जाते हैं कि भाई हम बात करते हैं हमें ऊपर लो, हमें ऊपर नहीं लेता, और जब ऊपर लेता है और लेके नीचे फेंक देता है। ठीक है, क्योंकि उसको पता है कि वो झूठा है, मिर्जाई सारे झूठे हैं। अब हमने जो ये लगाया है, हम सीरत अल महदी से, रूहानी खजाइन से, मजमूआ इश्तिहारात से, अल फज़ल अखबार से, इनकी जितनी मसलमात हैं वहाँ से हम ये साबित करना हमारे ज़िम्मे है। ये आके हमें कहें कि ये चैलेंज है, ये आपने झूठ लिखा हुआ है। इनकी किताबें गंद से भरी हुई हैं। ठीक है, जो चीज़ हमने दावा किया है वो हम इनकी किताबों से साबित करने के मजाज हैं। ये आए हमें चैलेंज करें। यार ये उस्मान भाई आए, किसी भाई को अगर कोई सीट देना चाहे, इमरान तेनू थोड़ी देर लिए थले सुट देवा। नहीं मैं जाता हूँ। अच्छा चलो ठीक है, ठीक है। हम हर जो है वो उस पे बात करने के लिए तैयार है, लेकिन बात जो है वो बराबरी की होगी। वो काला पूर्ण जिसके हाथ पांव से जो है वो पता लगता है कि काला पूर्ण है, वो आए, होश टू होश आ जाए, कोई मसला नहीं है। इनको जब हम कहते हैं स्क्रीन बड़ी करें, कहते नहीं पहले हवाला दिखाओ ना, फिर बाद में करेंगे। बिल्कुल ऐसा ही है। अब देखें, मैं तमाम मुसलमान बहन भाइयों से गुजारिश करता हूँ। मुफ्ती साहब आप किस काले की बात कर रहे हैं, बताएं दोबारा, मैं सुना थोड़ी सी बात। वही वो जो शाते में ना नाम है उसका नहीं लेना चाहता। काला नहीं है, उसकी रिकॉर्डिंग सुन मैं आपको सुना सकता हूँ। वो बता सकता है कि मैंने उसको देखा, उसके मुंह पे बोल लानत पड़ी हुई है, जिस तरह वो नहीं होता शैतान की तरह उसकी शक्ल है, बिल्कुल शैतान की तरह।
मैं तमाम मुसलमानों से एक इल्तमास करता हूँ कि इस टाइम सारे बहन भाई जितने भी हैं वो सब इकट्ठे हो जाएं, और ये जो मिर्ज़ाइयों ने ये ड्रामा मचाया हुआ है और हमने इनको काफ़ी बताया कि भाई हमसे बात करो, बात भी नहीं की, और उसके अलावा जो है शतमियत का तूफ़ान इन्होंने गर्म किया हुआ है। और ये जो चैलेंज मैंने किया ये 1 करोड़ रुपए का, अगर किसी मिर्ज़ाई माँ ने अपनी इंदाम नहानी से कोई ऐसा मिर्ज़ाई निकाला है जो हमारे इस दावे को झूठा साबित करे अपनी कुतुब मसूफ़ा से, तो हम उसको 1 करोड़ रुपए इनाम देने के मजाज हैं। आ जाए और प्लीज़ आप मेहरबानी कीजिएगा, सारे मुसलमान बहन भाई आपस में अगर किसी की कोई खफकी खुशकी है उसको बिल्कुल भुला के, अब ये रोज़ाना की बेस पे ब्रॉड लगेगी तो सारे आएंगे और अपनी तरफ से इनाम का ऐलान भी करेंगे ब्रॉड के ऊपर ही, और फिर मैं उसको इस इनाम करोड़ रुपए की इनामी रकम में जमा करता जाऊंगा कि कोई भी मिर्ज़ाई आके साबित करे। अब देखो, इनको एक्सपोज करना हमारा मकसद है और मकसद कोई भी नहीं है। अब ये तारिक साहब जो है इसने देखो यहाँ पे हमें आके गालियां भी दी, गाली गलौज किया, किस वजह से कि ये हमने ये क्यों लिखा हुआ है। अब ये रसूल पाक के बारे में वहां पे फुरकान ने लिखा हुआ और मिर्ज़ाइयों की अपनी किताबों से वो दिखाता भी। बड़ा करो ना छोटा सा पोस्टर बड़ा करो, ये लाए ऐसे पोस्टर तो अच्छा है ना, नजर आ रहा है ना, बड़ा पोस्टर। अच्छा बताएं कौन सा अच्छा है। तो छोटी नजर आ रहा है कि बड़ी तस्वीर इनकी हुई है, वो तो छोटी मुझे नजर आ रही है, दूसरे भाई को पता नहीं। भाई ਤੁਹਾਡਾ नेट खराब है। अस्सलाम वालेकुम मुसलमानों। अच्छा नीचे ये नीचे आया हुआ अल्ताफ ना हक वाले आईडी से ना, ठीक है, ये अल्ताफ है। अब ये जो हमने लिखा हुआ है अल्ताफ हक वाले, आके यार तुम हिम्मत करो, ऊपर आओ और ऊपर आके हमें गलत साबित करो। बोलो ये जो आपने लिखा हुआ है ये हमारी किताबों में नहीं लिखा हुआ, ये क्या बात है यार। चैलेंज करो ना, मर्द बनो, जैसे हमारे मुजाहिद जाते हैं और तुम लोग ऊपर नहीं लेते हो, ठीक है, क्योंकि तुम लोगों को पता है कि तुम लोग झूठे हो। तुम लोगों ने सिर्फ शतमियत का बाजार गर्म किया हुआ है। हमारा दावा है कि जमात अहमदिया की कुतुब मसूफ़ा इंक्लूडिंग रूहानी ख़ज़ाइन, मजमूआ इश्तिहार, सीरतुल महदी, अखबार अल फजल और सारी जितने भी आपका लिटरेचर है उनसे मिर्ज़ा ग़ुलाम कादियानी साहब हरामी और वल्दुल जना, चोर, डाकू, शराबी, जनाई, खुसरे, औरत, शैतान, लवातत कराने वाले, मुशरिक, शातम रसूल, शातम अंबिया, शातम सहाबा, शातम अहले बैत और नुसरत जहां साहिबा, लोंडी और 10 हरामी बच्चों की वालदा साबित। आप गलत साबित करें 1 करोड़ रुपया इनाम। एक और बात भी ऐड कर लें, छोटे वगैरह कपड़े भी पहनने वाले। हाँ ये बस मुझे देखें जी मीठे मीठे इस्लामी भाइयों, एक छोटी सी बात करनी है। रसूलुल्लाह भाई कौन से कपड़े पहनने वाले? दसो यार। अच्छा ये नीचे अल्ताफा लिख रहा है कि भाई फुरकान जिंदाबाद, और ये तुम लोगों की किताबों में लिखा हुआ है। और भाई ये जो हमने चैलेंज लगाया हुआ है ये तुम्हारी किताबों में लिखा हुआ है। हम अपनी किताबों का चैलेंज कबूल करते हैं, हमें होस्ट टू होस्ट आओ, बात करो, ठीक है। और ये जो तुम लोगों ने किया हुआ है, मिर्जा साहब को जनाई साबित किया है मिर्जा महमूद बशीर ने, अपना जना जो उसके ऊपर जना के सारी बातें थी कि वो जनाई है और वो सारे आरामी काम कर रहा है और नंगी औरतों को देखने फ्रांस भी गया था, ठीक है। तो उसने अपने जना को बचाने के लिए अपने बाप मिर्जा ग़ुलाम कादियानी साहब को शराबी भी साबित किया। खोसला की अदालत में लिख के दिया कि मेरा बाप शराबी है, उसने एक दफा शराब पिया और वो रंगीन मजाज आदमी आप उसको कह सकते हैं, ठीक है। ये उसके बेटे ने लिखा है भाई, हमने नहीं लिखा। उसके अलावा चोर, डाकू, पेंशन चोर, ये सारी बातें हम आपकी किताबों से साबित करेंगे। ये हमारा चैलेंज है जी। कोई भाई बोलना चाहे तो बोल सकता है। जी अस्सलाम वालेकुम। देखें जी एक बात करनी थी, बहुत अच्छा आपने चैलेंज लगाया हुआ है, और ये बात जो है अगर तो हम खुद से करें या हमारी किसी किताब में लिखी हो, फिर आप ये जवाब रखते हैं बोलने का कि ये देखो ये आपने खुद से ही इल्ज़ाम लगाया है। ये उनकी तरफ से लिखी गई हैं जिनको आप अपना लतीफ़ा मानते हो, अपना मासी मूत्र मानते हो और पता नहीं क्या क्या मानते हो। जो भी जमात के लोग हैं ये उनकी तरफ से लिखी गई है।
तो ये यानी कि आपको हम घर से दलील ख़स्म पेश कर रहे हैं, तो ये आपको माननी पड़ेगी। अगर आप इसको नहीं मानते तो इसका मतलब क्या हुआ? मिसाल के तौर पर मिर्ज़ा अगर कोई चीज़ लिखे और हम आपको पेश करें, आप बोलें आप तो मुखालफ हो, आप क्यों पेश कर रहे हो? और भाई बेशक मुखालिफ हैं, तो लिखा तो मिर्ज़ा नहीं है, और तुम्हारे लिए वो जो चीज़ है वो जो है वो दलील कती के तौर पर हम पेश कर रहे हैं, उसको तुमने मानना ही मानना है क्योंकि तुम मिर्ज़ा को मानती हो। और ये कहकर जान नहीं छुड़ा सकते तुम कि देखो मिर्ज़े को तुम नहीं मानते, काने कज़ाब दजाल को, तो इसलिए हम नहीं मानेंगे। तो ये सरासर बेवकूफ़ी और जहालत वाली बात है। और इधर ਉਹ ਸੰਗੋ ਦੀ ਬੀਵੀ ਉਸ ਨੂੰ ਨਹੀਂ ਮੰਨਦੀ ਤੇ ਤੁਸੀਂ ਕਿਹੜੀ ਗੱਲਾਂ ਕਰਦੇ ਹੋ? ਸਹੀ ਸੰਗੋ ਦੀ ਬੀਵੀ ਪੱਕੀ ਅਹਿਮਦੀ ਹੈ। ਹਾਂਜੀ ਬੜੇ ਅੱਛੇ ਘਰ 'ਚ ਸ਼ਾਦੀ ਇਹਦੀ ਹੋਈ ਹੈ। ਮੈਂ ਯਾਰ ਦੱਸਦਾ ਪਿਆ ਵੀ ਉਹ ਤਾਂ ਸਾਲਾ ਮੈਨੂੰ ਤਾਂ ਪਹਿਲੇ ਪਤਾ ਕੋਈ ਨਾ। ਤੁਹਾਨੂੰ ਨਹੀਂ ਸੀ ਪਤਾ? ਮੈਨੂੰ ਨਹੀਂ ਸੀ ਪਤਾ ਇਹਦੀ ਸ਼ਾਦੀ ਕਿਦੇ ਹੋਈ ਹੈ ਨਾ। ਤੇ ਨਾਲੇ ਮੈਨੇ ਨਾ ਵੀ ਸਾਡੀ ਜਮਾਤ ਤੇ ਜੋ ਬੰਦਾ ਹੈ ਜਿਸ ਦੀ ਭੈਣ ਹੈ ਇੱਥੇ ਤੁਹਾਡੇ ਲਾਗੇ ਮੋਰਫੀਲਡ ਵੀ ਹੈ ਰੈਕ ਵਾਲਾ। ਉਹ ਭਾਈ ਇੱਥੇ ਮੇਰੀ ਆਪਣੀ ਜਮਾਤ ਵਿੱਚ ਹੈ ਤੇ ਮੇਰੇ ਉਸ ਨਾਲ ਬੜੇ ਅੱਛੇ ਤਾਲੁਕ ਨੇ। ਹਾਂ ਬੜੇ ਮੁਖਲਸ ਲੋਕ ਨੇ ਉਹ। ਕੌਣ ਬੰਦਾ ਰਿਹਾ? हेलो अस्सलाम वालेकुम अस्सलाम रहमतुल्लाह व बरकातहू। वालेकुम अस्सलाम रहमतुल्लाह व बरकातहू। हरमैन ਸਾਡੀ ਜਮਾਤ ਚ ਵੀ